ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਿੰਦਰ ਸਿੰਘ ਗਿੱਲ ਤੇ ਇਸ ਵੇਲੇ ਅਸੀਂ ਪਹੁੰਚੇ ਹਾਂ ਅਕਾਲ ਤਖਤ ਸਕੱਤਰੇਤ, ਜਿੱਥੇ ਅੱਜ ਸਿੰਘ ਸਾਹਿਬਾਨਾਂ ਦੀ 5 ਸਿੰਘ ਸਾਹਿਬਾਨਾਂ ਦੀ ਜਿਹੜੀ ਬੈਠਕ ਆ ਉਹ ਆ ਤੇ ਉਸ ਦੇ ਨਾਲ ਅੱਜ ਇਸ ਦੇ ਵਿੱਚ ਕਈ ਅਹਿਮ ਫੈਸਲੇ ਜਿਹੜੇ ਆ ਉਹ ਲੈ ਜਾਣੇ ਆ। ਸਭ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਸਾਂਝੇ ਤੌਰ ਦੇ ਉੱਤੇ ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਕੀ ਮਨਾਏਗੀ। ਉਸ ਸਬੰਧ ਦੇ ਵਿੱਚ 2 ਸਟੇਜਾਂ ਦੀ ਚਰਚਾ ਪਿਛਲੇ ਦਿਨਾਂ 'ਚ ਛਿੜੀ ਸੀ, ਜਿਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਭੇਜਿਆ ਸੀਗਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ। ਉਹਨਾਂ ਨੇ ਕਿਹਾ ਸੀ ਕਿ ਜੋ ਫੈਸਲਾ ਅਕਾਲ ਤਖਤ ਦੇ ਜਥੇਦਾਰ ਕਰਨਗੇ ਉਹ ਸਰਕਾਰ ਨੂੰ ਮਨਜ਼ੂਰ ਹੋਵੇਗਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਹੜੀ ਵੱਖਰੀ ਸਟੇਜ ਦੀ ਗੱਲ ਕੀਤੀ ਗਈ ਸੀ ਕਿ ਸਰਕਾਰ ਨਾਲ ਸਾਡਾ ਤਾਲਮੇਲ ਨਹੀਂ ਬਣ ਰਿਹਾ। ਸੁਲਤਾਨਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਦੇ ਵਿੱਚ ਜਿਹੜਾ ਆ ਉਹ ਹੁਣ ਜਥੇਦਾਰ ਅੱਜ ਫੈਸਲਾ ਦੱਸਣਗੇ ਕਿ ਕਿਹੜੇ ਤਰੀਕੇ ਦੇ ਨਾਲ ਉੱਥੇ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਕਾਸ਼ ਪੁਰਬ ਜਿਹੜੇ ਆ ਉਹ ਮਨਾਉਣ ਵਾਸਤੇ ਜਿਹੜਾ ਆ ਉਹ ਦੋਨੋਂ ਇਕੱਠੀ ਇੱਕੋ ਸਟੇਜ ਦੇ ਉੱਤੇ ਮਨਾਉਣ, ਕਿਉਂਕਿ ਜਥੇਦਾਰ ਸਾਹਿਬ ਨੇ ਹੀ ਕਿਹਾ ਸੀਗਾ ਕਿ ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਆ ਉਸ ਮੌਕੇ ਦੇ ਉੱਤੇ ਸਾਰੇ ਇਕੱਠੇ ਹੋ ਕੇ ਇਸ ਪੁਰਬ ਨੂੰ ਜਿਹੜਾ ਆ ਉਹ ਮਨਾਇਆ ਜਾਵੇ। ਇੱਕ ਤਾਂ ਇਸ ਦਾ ਫੈਸਲਾ ਜਿਹੜਾ ਆ ਉਹ ਲਿਆ ਜਾਣਾ ਆ ਤੇ ਦੂਸਰਾ ਜਿਹੜਾ ਸੁੱਚਾ ਸਿੰਘ ਲੰਗਾਹ ਆ, ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਆ ਉਹ ਪੰਥ ਚੋਂ ਜਿਨ੍ਹਾਂ ਨੂੰ ਛੇਕਿਆ ਗਿਆ ਉਹਨਾਂ ਦੀ ਵਾਪਸੀ ਦੀ 550 ਸਾਲਾਂ ਦੇ ਉੱਤੇ ਜਿਹੜੀ ਗੱਲ ਕੀਤੀ ਗਈ ਸੀ, ਉਸ ਤਹਿਤ ਗੁਰਦਾਸਪੁਰ ਸਾਹਿਬ ਤੋਂ ਕੋਈ ਸੰਗਤ ਜਿਹੜੀ ਆ ਉਹ ਪਹੁੰਚੀ ਆ। ਉਹਨਾਂ ਨੇ ਕਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਜਿਹੜਾ ਆ ਉਹ ਵਾਪਸ ਪੰਥ ਦੇ ਵਿੱਚ ਨਾ ਲਿਆ ਜਾਵੇ ਜਿਸ ਤਰ੍ਹਾਂ ਦੀ ਉਸਨੇ ਹਰਕਤ ਕੀਤੀ ਆ। ਉਸ ਤੋਂ ਇਲਾਵਾ ਹੋਰ ਵੀ ਕਈ ਅਹਿਮ ਫੈਸਲੇ ਜਿਹੜੇ ਆ ਉਹ ਵੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੇ ਆ ਉਹ ਲਏ ਜਾ ਸਕਦੇ ਆ। ਸੋ ਸੁੱਚਾ ਸਿੰਘ ਲੰਗਾਹ ਦੇ ਖਿਲਾਫ ਜਿਹੜਾ ਮੰਗ ਪੱਤਰ ਦੇਣ ਵਾਸਤੇ ਜਿਹੜੀ ਸੰਗਤ ਗੁਰਦਾਸਪੁਰ ਤੋਂ ਪਹੁੰਚੀ ਆ ਉਹਨਾਂ ਨਾਲ ਵੀ ਅੱਗੇ ਚੱਲ ਕੇ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੇ ਕੀ ਮੰਗ ਪੱਤਰ ਦੇ ਵਿੱਚ ਜਥੇਦਾਰ ਸਾਹਿਬ ਨੂੰ ਜਿਹੜਾ ਆ ਉਹ ਦਿੱਤਾ, ਕਿਉਂਕਿ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦੇ ਉੱਤੇ 550 ਸਾਲਾਂ ਦੇ ਮੌਕੇ ਦੇ ਉੱਤੇ ਕਿਹਾ ਗਿਆ ਸੀ ਜਥੇਦਾਰ ਸਾਹਿਬ ਦੇ ਵੱਲੋਂ ਕਿ ਜਿਨ੍ਹਾਂ ਨੇ ਜਿਹੜੇ ਪੰਥ ਚੋਂ ਛੇਕੇ ਗਏ ਜੇਕਰ ਉਹ ਅਕਾਲ ਤਖਤ 'ਤੇ ਕੋਈ ਦਰਖਾਸਤ ਭੇਜਦੇ ਆ ਤਾਂ ਉਹਨਾਂ ਨੂੰ ਦੁਬਾਰਾ ਜਿਹੜਾ ਆ ਉਹ ਸ਼ਾਮਲ ਕੀਤਾ ਜਾ ਸਕਦਾ ਆ ਪੰਥ ਦੇ ਵਿੱਚ। ਪਰ ਸੁੱਚਾ ਸਿੰਘ ਲੰਗਾਹ ਨੇ ਤੇ ਚਰਨਜੀਤ ਸਿੰਘ ਚੱਡਾ ਨੇ ਇੱਥੇ ਦਰਖਾਸਤ ਭੇਜ ਦਿੱਤੀ ਸੀਗੀ। ਸੋ ਇਸ ਸੰਬੰਧ ਵਿੱਚ ਗੁਰਦਾਸਪੁਰ ਤੋਂ ਸੰਗਤ ਜਿਹੜੀ ਆਈ ਆ ਉਹਨਾਂ ਨੇ ਕਿਹਾ ਆ ਕਿ ਸੁੱਚਾ ਸਿੰਘ ਲੰਗਾਹ ਨੂੰ ਪੰਥ ਦੇ ਵਿੱਚ ਵਾਪਸ ਨਾ ਲਿਆ ਜਾਵੇ ਜਿਸ ਤਰ੍ਹਾਂ ਦੀ ਉਸਨੇ ਘਿਨਾਉਣੀ ਹਰਕਤ ਜਿਹੜੀ ਆ ਉਹ ਕੀਤੀ ਆ। ਸੋ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇਹਨਾਂ ਤੋਂ ਵੀ ਜਾਣਦੇ ਹਾਂ ਕਿ ਕਿਹੜੇ ਤਰੀਕੇ ਦੇ ਨਾਲ ਕੀ ਮੰਗ ਪੱਤਰ ਦੇ ਵਿੱਚ ਇਹਨਾਂ ਨੇ ਲਿਖ ਕੇ ਦਿੱਤਾ ਹੈ ਤੇ ਕੀ ਇਹਨਾਂ ਦੀ ਮੰਗ ਜਿਹੜੀ ਆ ਉਹ ਹੈਗੀ ਆ। ਹੋਇਆ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਹੁੰਦਿਆਂ ਹੋਇਆ ਹੋਰ ਬੇਅੰਤ ਅਹੁਦੇ ਹੁੰਦਿਆਂ ਹੋਇਆ ਉਹਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ। ਰਹਿੰਦੀਆਂ ਪੀੜ੍ਹੀਆਂ ਤੱਕ ਸਿੱਖ ਕੌਮ ਉਸ ਨਮੋਸ਼ੀ ਨੂੰ ਭੁੱਲ ਨਹੀਂ ਸਕਦੀ ਔਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰਕੇ ਉਹ ਧਾਰਮਿਕ ਪ੍ਰੋਗਰਾਮ ਕਰ ਰਿਹਾ ਔਰ ਜਲਸੇ ਕਰ ਰਿਹਾ। ਇੱਥੋਂ ਤੱਕ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰ ਰਿਹਾ ਤੇ ਜੇ ਅਕਾਲ ਤਖਤ ਸਾਹਿਬ ਤੋਂ ਉਹਨੂੰ ਮਾਫੀ ਦਿੱਤੀ ਜਾਂਦੀ ਹੈ ਤੇ ਸਿੱਖ ਕੌਮ ਨੂੰ ਸਾਨੂੰ ਕਦਾਚਿਤ ਵੀ ਉਹ ਪ੍ਰਵਾਨ ਨਹੀਂ ਹੋਵੇਗੀ। ਅਸੀਂ ਇਹ ਬਿਨੈ ਪੱਤਰ ਲੈ ਕੇ ਆਪ ਜੀ ਦੇ ਕੋਲ ਪਹੁੰਚੇ ਹਾਂ। ਅਸੀਂ ਮਾਣ ਨਾਲ ਕਹਿ ਸਕਦੇ ਹਾਂ ਕਿ ਹੁਣ ਸਿੰਘ ਸਾਹਿਬ ਜਿਹੜੇ ਨੇ ਮਿਸ਼ਨਰੀ ਕਾਲਜ ਦੇ ਪੜ੍ਹੇ ਨੇ, PhD ਨੇ ਧਰਮ ਦੀ, ਇਸ ਕਰਕੇ ਉਹ ਜਿਹਾ ਕੰਮ ਨਹੀਂ ਕਰ ਸਕਦੇ ਜੋ ਪਿਛਲੇ ਜਥੇਦਾਰ ਨੇ ਕੀਤਾ। ਸਾਨੂੰ ਇਹਨਾਂ ਦੇ ਮਾਣ। ਮੈਂ ਇਹ ਬੇਨਤੀ ਕਰਨੀ ਚਾਹੁੰਦਾ ਉਹਨਾਂ ਨੂੰ ਕਿ ਅਸੀਂ ਵੀ ਮਿਸ਼ਨਰੀ ਕਾਲਜ ਦੇ ਪੜ੍ਹੇ ਆ। ਸਿਧਾਂਤਕ ਬੰਦਾ ਕਦੀ ਇਹੋ ਜਿਹੇ ਗੰਦੇ ਬੰਦੇ ਨੂੰ ਜਿਹੜਾ 30 ਸਾਲ ਸ਼੍ਰੋਮਣੀ ਕਮੇਟੀ ਦਾ ਮੈਂਬਰ ਰਿਹਾ ਹੋਏ ਤੇ ਕੋਰ ਕਮੇਟੀ ਅਕਾਲੀ ਦਲ ਦਾ ਮੈਂਬਰ ਰਿਹਾ ਹੋਏ, ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹੇ ਦਾ ਪ੍ਰਧਾਨ ਰਿਹਾ ਹੋਵੇ, 2 ਸਰਕਾਰਾਂ ਦੇ ਵਿੱਚ ਕੈਬਨਿਟ ਮੰਤਰੀ ਰਿਹਾ ਹੋਵੇ ਤੇ ਐਡੀ ਘਿਨਾਉਣੀ ਹਰਕਤ ਕਰੇ ਕਿ ਜਿਹੜਾ ਇਹਨੇ ਮਾਡਲ ਬਣਨਾ ਸੀ ਇਹ ਮਾਡਲ ਨਹੀਂ ਬਣ ਸਕਿਆ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਇਹ ਛੋਟੀ ਉਮਰ ਵਿੱਚ ਕਿਹਾ ਕਿ ਸੁਧ ਜਬ ਤੇ ਹਮ ਧਰੀ ਬਚਨ ਗੁਰਦਏ ਹਮਾਰੇ ਪੂਤ ਇਹ ਪ੍ਰਣ ਤੋਹੇ ਪ੍ਰਾਨ ਜਬ ਲਗ ਘਟ ਥਾਰੇ ਨਿਜ ਨਾਰੀ ਕੇ ਸਾਥ ਨਿਓ ਤਮ ਨਿਤ ਵਡਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਾਈਏ। ਜੇ ਇਹਨੂੰ ਕਿਤੇ ਸੱਦਣ ਦੀ ਲੋੜ ਪਈ ਤੇ ਇਹਨੂੰ ਇਹ ਜ਼ਰੂਰ ਸਿੰਘ ਸਾਹਿਬ ਪੁੱਛਣ ਵੀ ਤੇਰੇ ਇੱਕ ਜਨਾਨੀ ਨਾਲ ਤੁਲਕ ਸੀ ਕਿ 17 ਨਾਲ ਹੀ। ਇਹ ਤਾਂ ਸਾਹਮਣੇ ਆ ਗਈ ਨਾ ਗੱਲ। ਇਸ ਕਰਕੇ ਲੋਕ ਕਹਿਣ ਲੱਗ ਪਏ ਵੀ ਇਹ ਗੰਦਾ, ਪਰ ਸਾਡੇ ਜ਼ਿਲ੍ਹੇ ਗੁਰਦਾਸਪੁਰ ਨੂੰ ਤਾਂ ਇਹ ਪਹਿਲਾਂ ਹੀ ਪਤਾ ਸੀ ਵੀ 1 ਨੰਬਰ ਦਾ ਗੰਦਾ। ਇਹ ਤੇ ਰੱਬ ਨੇ ਸਾਹਮਣੇ ਇਹਦੀ ਗਲਤੀ ਕਰਕੇ ਇਹਨੂੰ ਸਾਹਮਣੇ ਲਿਆਤਾ। ਇਸ ਕਰਕੇ ਫਿਰ ਇੱਕ ਵਾਰੀ ਚਰਨਾਂ 'ਚ ਬੇਨਤੀ ਹੈ ਸਿੰਘ ਸਾਹਿਬ ਦੇ ਕਿ ਉਹ ਸਿੱਖ ਪੰਥ ਦੀ ਸ਼ਾਨ ਨੇ, ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਉਹਨਾਂ ਨੂੰ ਸਮਝ ਆ। ਅਸੀਂ ਇਹ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੇ ਵੀ ਇਹੋ ਜਿਹੇ ਗੰਦੇ ਬੰਦੇ ਵਿਚਾਰੀ ਬੰਦੇ ਨੂੰ ਕਦੀ ਮਾਫ ਨਾ ਕੀਤਾ ਜਾਏ। ਵਾਹਿਗੁਰੂ ਜੀ ਕਾ ਖਾਲਸਾ। ਲੰਗਾਹ ਦੇ ਬਾਰੇ ਕਿ ਉਹਨੂੰ ਕਿਸੇ ਵੀ ਤਰ੍ਹਾਂ ਮਾਫ ਨਾ ਕੀਤਾ ਜਾਵੇ ਤੇ ਇਹ ਸਿੰਘ ਸਾਹਿਬ ਜੀ ਤੱਕ ਪਹੁੰਚਾ ਦਿੰਦੇ ਆ। ਸਿੰਘ ਸਾਹਿਬ ਜੀ ਯੋਗ ਫੈਸਲਾ ਆਪੇ ਲੈਣਗੇ। ਮੰਗਾਂ ਇਹਨਾਂ ਦੀਆਂ ਵੀ ਉਹਨੂੰ ਕਿਸੇ ਵੀ ਹਾਲਤ ਵਿੱਚ ਮਾਫ ਨਹੀਂ ਕਰਨਾ ਚਾਹੀਦਾ।
ਕਿਉਂਕਿ ਸੰਗਤ ਪ੍ਰਵਾਨ ਨਹੀਂ ਕਰੂਗੀ, ਇਹ ਆ ਮੰਗ ਇਹਨਾਂ ਦੀ ਹੈ। ਜਥੇਬੰਦੀਆਂ ਜੀ ਇਹ ਆਪਣੇ ਸਰਦਾਰ ਇੰਦਰਜੀਤ ਸਿੰਘ ਜੀ ਹੈ, ਬਾਕੀ ਸਾਬਕਾ ਚੇਅਰਮੈਨ ਪੰਜਾਬ ਦੇ, ਤੇ ਬਾਕੀ ਸਤਿਕਾਰ ਕਮੇਟੀਆਂ ਭਾਈ ਲਖਵਿੰਦਰ ਸਿੰਘ ਹੋਣੀ ਗੁਰਦਾਸਪੁਰ ਇਲਾਕੇ ਦੀ ਸੰਗਤ ਹੈ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ। ਸੋ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇੱਥੇ ਮੀਟਿੰਗ ਆ ਤੇ ਗੁਰਦਾਸਪੁਰ ਤੋਂ ਕੋਈ ਸੰਗਤ ਜਿਹੜੀ ਆ ਉਹ ਪਹੁੰਚੀ ਆ। ਉਹਨਾਂ ਤੋਂ ਜਾਣ ਲੈਂਦੇ ਆ ਕਿ ਉਹ ਕਿਹੜੇ ਕੰਮ ਵਾਸਤੇ ਇੱਥੇ ਪਹੁੰਚੀ ਆ। ਤੁਹਾਡਾ ਨਾਮ ਕੀ ਆ ਜੀ? ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਕਿੱਥੋਂ ਆਏ ਤੁਸੀਂ? ਮੈਂ ਗੁਰਦਾਸਪੁਰ ਤੋਂ ਹਾਂ ਜੀ। ਤੁਹਾਡਾ ਮਸਲਾ ਜਿਹੜਾ ਹੈ ਉਹ ਕੀ ਆ ਅੱਜ ਜਿਹੜਾ ਲੈ ਕੇ ਆਏ? ਸਾਡਾ ਮਸਲਾ ਇਹ ਜੀ ਦੂਜਾ ਰਾਮ ਰਹੀਮ ਬਲਾਤਕਾਰੀ ਸੁੱਚਾ ਸਿੰਘ ਲੰਗਾਹ ਨੂੰ ਅਕਾਲ ਤਖਤ ਸਾਹਿਬ ਤੋਂ ਮਾਫੀ ਦਿੱਤੀ ਜਾ ਰਹੀ ਹੈ ਦਬਾਅ ਹੇਠ। ਉਹਦੇ ਵਿਰੋਧ ਵਿੱਚ ਆਇਆ ਕਿ ਇਹਨੂੰ ਮਾਫੀ ਜਿਹੜੀ ਹੈ ਉਹ ਨਹੀਂ ਦਿੱਤੀ ਜਾਣੀ ਚਾਹੀਦੀ। ਅੱਛਾ ਜੀ। ਹਾਂਜੀ। ਤੇ ਜਥੇਦਾਰ ਸਾਹਿਬ ਦੇ ਕੋਲ ਤੁਸੀਂ ਕੁਝ ਦਿਨ ਪਹਿਲਾਂ ਵੀ ਆਏ ਸੀਗੇ, ਅੱਜ ਫੇਰ ਆਏ ਹੋ? ਪਹਿਲਾਂ 2 ਮੰਗ ਪੱਤਰ ਦੇ ਚੁੱਕੇ ਹਾਂ ਜੀ ਕਿ ਉਹ ਧਾਰਮਿਕ ਜਲਸਿਆਂ ਦੇ ਪ੍ਰੋਗਰਾਮਾਂ ਦੇ ਵਿੱਚ ਜਾ ਰਿਹਾ। ਜਿਹੜੇ ਇਹਨੂੰ ਸੱਦ ਰਹੇ ਨੇ ਰਤਨ ਸਿੰਘ ਜਫਰਵਾਲ, ਜਿਹੜਾ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਔਰ ਪੂਰਾ ਨਾਂ ਤੇ ਮੈਂ ਨਹੀਂ ਜਾਣਦਾ, ਦੂਜਾ ਗੋਰਾ, ਉਹ ਇਹਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਆ ਬਾਵਜੂਦ ਇਹਦੇ ਨਾਲ ਧਾਰਮਿਕ ਪ੍ਰੋਗਰਾਮਾਂ 'ਚ ਇਹਨੂੰ ਲੈ ਕੇ ਜਾ ਰਹੇ ਨੇ। ਉਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੈਨੂੰ ਟਿੱਚ ਜਾਣਦਾ ਤੇ ਅਕਾਲ ਤਖਤ ਸਾਹਿਬ ਅੱਗੇ ਗੋਟੇ ਟੇਕ ਰਿਹਾ ਉਹਨੂੰ ਮਾਫੀ ਦੇਣ ਵਾਸਤੇ। ਇਹ ਕੀ ਮਜਬੂਰੀ ਹੈ ਇਹਨਾਂ ਦੀ? ਇਹ ਵੀ ਸੁਣਨ ਚ ਆਇਆ ਕਿ ਦਰਖਾਸਤ ਭੇਜਣ ਦੀ ਗੱਲ ਹੋਈ ਸੀ, ਉਹਨੇ ਆਪਣੀ ਦਰਖਾਸਤ ਭੇਜ ਦਿੱਤੀ। ਨਾਲ ਚਰਨਜੀਤ ਸਿੰਘ ਚੱਡਾ ਜਿਹੜਾ ਉਹ ਚੀਫ ਖਾਲਸਾ ਦੀਵਾਨ ਦਾ ਪ੍ਰਧਾਨ ਸੀਗਾ, ਉਹਨੇ ਵੀ ਦਰਖਾਸਤ। ਛੋਟੇ ਵੱਡੇ ਬਾਦਲਾਂ ਦੇ ਦੋਵਾਂ ਦੇ ਆਰਡਰਾਂ ਦੇ ਨਾਲ ਜਥੇਦਾਰ ਵੱਲੋਂ ਬਿਆਨ ਦਵਾਇਆ ਗਿਆ ਕਿ 550 ਸਾਲਾਂ ਦੀ ਮਾਫੀ ਦਿੱਤੀ ਜਾਏਗੀ। ਉਦੋਂ ਬਾਅਦ 'ਚ ਇਹਨਾਂ ਦੋਨਾਂ ਬੰਦਿਆਂ ਦੀ ਐਪਲੀਕੇਸ਼ਨ ਅਕਾਲ ਤਖਤ ਸਾਹਿਬ ਤੇ ਕਿਉਂ ਆਉਂਦੀ ਹੈ? ਇਹ ਗਿਣੀ ਮਿਸੀ ਸਾਦਤ ਦੇ ਅਧੀਨ ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਵਾਸਤੇ ਤੇ ਸਿੱਖ ਕੌਮ ਦੀ ਬਦਨਾਮੀ ਕਰਨ ਵਾਸਤੇ ਰਾਮ ਰਹੀਮ ਦੀ ਤਰ੍ਹਾਂ ਇਹ ਸਾਜ਼ਿਸ਼ ਘੜੀ ਜਾ ਰਹੀ ਹੈ। ਮਤਲਬ ਇਹਨੂੰ ਮਾਫੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ? ਨਹੀਂ ਹੋਣੀ ਚਾਹੀਦੀ ਜੀ। ਇਹਦੇ ਕਾਲੇ ਅਫਗਾਨੇ ਵਾਂਗੂ ਇਦਾਂ ਹੀ ਮਰਨਾ ਚਾਹੀਦਾ ਜੀ। ਸੋ ਬਿਲਕੁਲ ਜਿੱਥੇ ਹੋਰ ਮਸਲਿਆਂ ਦੇ ਉੱਤੇ ਵਿਚਾਰ ਹੋਣੀ ਆ, ਹੋਰ ਵੀ ਵੱਖ-ਵੱਖ ਮਸਲੇ, ਧਰਮੀ ਫੌਜੀ ਜਿਹੜੇ ਆ ਉਹ ਵੀ ਇੱਥੇ ਪਹੁੰਚੇ ਹੋਏ ਆ। ਨਾਲ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਵੀ ਸ਼ਿਕਾਇਤ ਜਿਹੜੀ ਪਿਛਲੇ ਦਿਨੀ ਆਈ ਸੀ, ਅੱਜ ਵੀ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਪਹੁੰਚੇ ਨੇ। ਹੋਰ ਕਈ ਜਥੇ ਜਿਹੜੇ ਆ ਉਹ ਪਹੁੰਚੇ ਨੇ, ਜਿਹੜੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਵੀ ਸ਼ਿਕਾਇਤ ਜਿਹੜੀ ਆ ਉਹ ਅਕਾਲ ਤਖਤ ਤੇ ਲੈ ਕੇ ਆਇਆ ਕਿ ਉਹ ਕੁਝ ਗ੍ਰੰਥਾਂ ਦੇ ਖਿਲਾਫ, ਦਸਮ ਬਾਣੀ ਦੇ ਖਿਲਾਫ ਬਹੁਤ ਉਲਟ ਪ੍ਰਚਾਰ ਜਿਹੜਾ ਉਹ ਕਰ ਰਿਹਾ। ਸੋ ਇਸ ਦੇ ਉੱਤੇ ਵੀ ਇਹ ਦੇਖਣਾ ਹੋਏਗਾ ਕਿ ਕਿਵੇਂ ਅਕਾਲ ਤਖਤ ਸਾਹਿਬ ਫੈਸਲਾ ਲੈਂਦਾ ਆ। ਸੋ ਇੱਥੇ ਜਿਹੜੇ ਕੁਝ ਜਥੇਬੰਦੀਆਂ ਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਆਏ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਉਹਨਾਂ ਤੋਂ ਜਾਣਦੇ ਆ ਕਿ ਕਿਹੜਾ ਮਸਲਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਖਿਲਾਫ ਉਹ ਲੈ ਕੇ ਅਕਾਲ ਤਖਤ ਤੇ ਪਹੁੰਚੇ ਆ। ਸਮੁੱਚੀਆਂ ਸੰਗਤਾਂ ਵੱਲੋਂ ਇੰਗਲੈਂਡ ਦੀਆਂ ਸਮੂਹ ਸਿੰਘ ਸਭਾਵਾਂ, ਸਿੱਖ ਜਥੇਬੰਦੀਆਂ ਵੱਲੋਂ ਤੇ ਇੱਥੇ ਆਪਣੇ ਦੇਸ਼ ਦੀਆਂ ਜਥੇਬੰਦੀਆਂ ਵੱਲੋਂ ਜੋ ਮੰਗ ਪੱਤਰ ਦਿੱਤਾ ਗਿਆ ਸੀ, ਬਹੁਤ ਪ੍ਰੇਮ ਪੂਰਵਕ ਸਰਕਾਰ ਸਾਹਿਬ ਉਹਨਾਂ ਨੇ ਸਾਰੀ ਗੱਲ ਸੁਣੀ ਤੇ ਪ੍ਰਵਾਨ ਕੀਤੀ ਤੇ ਉਹਨਾਂ ਨੇ ਕਿਹਾ ਵੀ ਅਸੀਂ ਪੂਰਾ ਗੌਰ ਕਰਾਂਗੇ ਇਸ ਗੱਲ ਤੇ। ਖਾਲਸੇ ਪੰਥ ਦਾ ਸੁਪਰੀਮ ਕੋਰਟ ਆ ਜੀ, ਸ੍ਰੀ ਅਕਾਲ ਤਖਤ ਸਾਹਿਬ ਆ। ਸਾਡੀ ਜ਼ਿੰਮੇਵਾਰੀ ਇਹ ਬਣਦੀ ਸੀਗੀ ਵੀ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜਾ ਹੈਗਾ ਉਹਨਾਂ ਨੂੰ ਬੇਨਤੀ ਕੀਤੀ ਜਾਵੇ। ਮੇਨ ਮਸਲਾ ਦਸਮ ਬਾਣੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ੍ਰੀ ਮੁਖ ਬਾਗ ਬਾਣੀ ਦੇ ਖਿਲਾਫ ਬੋਲਣ ਵਾਲੇ ਜਿਹੜੇ ਬੰਦੇ ਆ ਜੀ, ਤੇ ਇਤਿਹਾਸ ਤੇ ਕਿੰਤੂ ਪਰੰਤੂ ਕਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਨੱਥ ਪਾਈ ਜਾਵੇ। ਜਿਹੜੇ ਵੀ ਹੈਗੇ ਆ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇਹ ਰਣਜੀਤ ਸਿੰਘ ਢੱਡਰੀਆਂ ਵਾਲਾ, ਜਿਹਦੀ 30 ਸਾਲ ਉਮਰ ਆ, ਨਾ ਇਹ ਸਕੂਲ ਵਿੱਚ ਪੜ੍ਹਿਆ, ਨਾ ਇਹਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ, ਨਾ ਇਹਨੇ ਦਸਮ ਗ੍ਰੰਥ ਪੜ੍ਹਿਆ, ਨਾ ਸੂਰਜ ਪ੍ਰਕਾਸ਼ ਗ੍ਰੰਥ ਪੜ੍ਹਿਆ, ਅਨਪੜ੍ਹ ਬੰਦਾ ਜੋ ਕਿ ਸਿੱਖਾਂ ਨੂੰ ਚੈਲੰਜ ਕਰ ਰਿਹਾ। ਸਿੱਖਾਂ ਦੇ ਇੱਕ ਗੌਰਵਮਈ ਇਤਿਹਾਸ ਨੂੰ ਜੋ 550 ਸਾਲ ਤੋਂ ਲੈ ਕੇ ਹੁਣ ਤੱਕ ਕੁਰਬਾਨੀਆਂ ਭਰਿਆ ਇਤਿਹਾਸ ਨੂੰ ਗੰਦ ਤੇ ਗੱਪਾਂ ਦੱਸਦਾ। ਮੈਂ ਕਹਿੰਦਾ ਤੇ ਵਿਸ਼ਵਾਸ ਨਹੀਂ ਰੱਖਦਾ ਔਰ ਦਿਨ ਦਿਹਾੜੇ ਸਾਡੀਆਂ ਪਰੰਪਰਾ ਨੂੰ ਇਹ ਬਾਹਮਣਵਾਦ ਦੱਸਦਾ। ਕਦੀ ਇਹ ਵੱਖ-ਵੱਖ ਤਰ੍ਹਾਂ ਬੋਲੀਆਂ ਦੇ ਨਾਲ ਬੋਲੀ ਜਾਂਦਾ। ਸਾਡੇ ਸਾਰੇ ਅੰਮ੍ਰਿਤ ਵੇਲੇ ਨੂੰ ਇੱਕ ਕੋਈ ਵੀ ਗੱਲ ਇਹਨੇ ਛੱਡੀ ਨਹੀਂ ਜਿਹਨੂੰ ਕੰਡਮ ਕਰਨ ਦੀ ਕੋਸ਼ਿਸ਼ ਕੀਤੀ ਹੋਵੇ। ਇਸ ਕਰਕੇ ਅਸੀਂ ਇੰਗਲੈਂਡ ਵਿੱਚੋਂ ਵਿਸ਼ੇਸ਼ ਤੌਰ ਤੇ UK ਤੇ ਯੂਰਪ ਵਿੱਚੋਂ ਮੀਟਿੰਗ ਕਰਕੇ ਅੱਜ ਵਿਸ਼ੇਸ਼ ਤੌਰ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ ਹੈ। ਉਸ ਵਿੱਚ ਇਹਨੂੰ ਦੱਸਿਆ ਜਿਵੇਂ ਕਿ ਇੱਥੇ ਕੋਈ ਵੱਡਾ ਛੋਟਾ ਨਹੀਂ ਦੇਖਿਆ ਜਾਂਦਾ। ਪ੍ਰੋਫੈਸਰ ਦਰਸ਼ਨ ਸਿੰਘ ਰਾਗੀ ਨੂੰ ਜੇ ਸਿੱਖ ਕੌਮ ਅਕਾਲ ਤਖਤ ਦਾ ਜਥੇਦਾਰ ਬਣਾ ਸਕਦੀ ਆ, ਜੋ ਉਲਟ ਚੱਲੇ ਤਾਂ ਉਹਨੂੰ ਪੰਥ ਵਿੱਚੋਂ ਛਕਿਆ ਵੀ ਜਾ ਸਕਦਾ। ਇਸ ਕਰਕੇ ਸਿੱਖੀ ਸਿਧਾਂਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਅਸੀਂ ਪੂਰਜੋਰ ਬੇਨਤੀ ਕੀਤੀ ਹੈ ਵੀ ਸਿੱਖੀ ਸਿਧਾਂਤਾਂ ਨੂੰ ਕਾਇਮ ਰੱਖਣ ਨੂੰ, ਆਪਣੀਆਂ ਪਰੰਪਰਾ ਨੂੰ, ਸੰਪਰਦਾਵਾਂ ਨੂੰ ਬਰਕਰਾਰ ਰੱਖਣ ਨੂੰ ਇਹਦਾ ਢੁਕਵਾਂ ਫੈਸਲਾ ਲਿਆ ਜਾਵੇ। ਜੋ ਅਕਾਲ ਤਖਤ ਦੀ ਮਰਜ਼ਾਦਾ ਪਹਿਲਿਆਂ ਨੂੰ ਜਿਵੇਂ ਕਿ ਛਕਿਆ ਗਿਆ, ਇਹਦੇ ਵਾਸਤੇ ਵੀ ਉਹ ਢੁਕਵਾਂ ਫੈਸਲਾ ਲਿਆ ਜਾਵੇ ਜੀ। ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅੱਜ ਜਿਸ ਕਿਸਮ ਦਾ ਮਾਹੌਲ ਬਣਦਾ ਜਾ ਰਿਹਾ, ਅਸੀਂ ਸਾਰੇ ਉਸ ਤੋਂ ਭਲੀ ਭਾਂਤ ਜਾਣੂ ਹਾਂ। ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਅਸੀਂ ਮਨਾ ਰਹੇ ਹਾਂ, ਲੇਕਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਜੋ ਸਾਨੂੰ ਉਪਦੇਸ਼ ਹੈ, ਜੋ ਸਾਨੂੰ ਸਿੱਖਿਆਵਾਂ ਨੇ, ਜੋ ਮਨੁੱਖ ਨੂੰ ਮਨੁੱਖ ਨਾਲ ਜੋੜਦੀਆਂ ਨੇ, ਉਹਨਾਂ ਦੀ ਬਜਾਏ ਅਸੀਂ ਦੇਖ ਰਹੇ ਹਾਂ ਸਮਾਜ ਦੇ ਵਿੱਚ ਕੁਝ ਐਸੇ ਲੋਕ ਲੱਗੇ ਹੋਏ ਆ ਜਿਹੜੇ ਨਾ ਸਿਰਫ ਮਨੁੱਖ ਨੂੰ ਮਨੁੱਖ ਨਾਲੋਂ ਤੋੜ ਰਹੇ ਆ, ਸਿੱਖ ਨੂੰ ਸਿੱਖ ਨਾਲੋਂ ਤੋੜ ਰਹੇ ਆ, ਬਲਕਿ ਸਿੱਖ ਨੂੰ ਗੁਰੂ ਨਾਲੋਂ ਤੋੜ ਰਹੇ ਆ। ਇਹ ਚਿੰਤਾ ਵਾਲੀ ਗੱਲ ਹੈ। ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੀ ਹੋਣੀ ਹੈ। ਜੋ ਗੁਰੂ ਪੰਥ ਦੀਆਂ ਪ੍ਰਤੀਨਿਧ ਜਥੇਬੰਦੀਆਂ ਨੇ, ਸੰਪਰਦਾਵਾਂ ਨੇ, ਗੁਰਮਤਿ ਸਿਧਾਂਤ ਦੀ ਰੌਸ਼ਨੀ ਦੇ ਵਿੱਚ ਆਪਣੇ ਵਿਚਾਰ ਦੇਣੇ ਨੇ, ਉਹਨਾਂ ਵਿਚਾਰਾਂ ਦੇ ਸੰਦਰਭ ਦੇ ਵਿੱਚ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਮਤੇ ਕਰਨੇ ਨੇ। ਪਹਿਲਾਂ ਸਿੱਖ ਬੁੱਧੀਜੀਵੀਆਂ ਨਾਲ ਇੱਕ ਇਕੱਤਰਤਾ ਕੀਤੀ ਸੀ ਸੁਬਾਹ, ਉਹਦੇ ਵਿੱਚ ਇੱਕ ਖਿਆਲ ਵਿਚਾਰ ਉੱਭਰ ਕੇ ਸਾਹਮਣੇ ਆਇਆ ਹੈ, ਜੋ ਅਸੀਂ ਸੋਚਿਆ ਸਮਝਿਆ ਕਿ ਸੁਲਤਾਨਪੁਰ ਲੋਧੀ ਜਿਹੜੇ ਸਮਾਗਮ ਹੋਣ ਜਾ ਰਹੇ ਨੇ 1 ਤੋਂ ਲੈ ਕੇ 12 ਤਰੀਕ ਤੱਕ, ਉਹਨਾਂ ਸਮਾਗਮਾਂ ਦੇ ਵਿੱਚ ਪ੍ਰਮੁੱਖਤਾ ਕਿਸ ਦੀ ਹੋਣੀ ਚਾਹੀਦੀ ਹੈ। ਤਾਂ ਸਾਰੀਆਂ ਸਿੱਖ ਜਥੇਬੰਦੀਆਂ ਜਿੰਨੀਆਂ ਕੋ ਪਹੁੰਚੀਆਂ, ਉਹਨਾਂ ਦੇ ਵਿਦਵਾਨਾਂ ਨੇ, ਖਾਸ ਤੌਰ ਤੇ ਬੁੱਧੀਜੀਵੀਆਂ ਨੇ ਰਾਏ ਦਿੱਤੀ ਹੈ ਕਿ ਮੁੱਖ ਸਟੇਜ ਜਿਹੜੀ ਹੈ ਉਹ ਤਾਂ ਗੁਰੂ ਨਾਨਕ ਸਾਹਿਬ ਦੀ ਹੋਣੀ ਚਾਹੀਦੀ ਹੈ, ਕਿਸੇ ਸਿਆਸੀ ਜਮਾਤ ਦੀ, ਧੜੇਬੰਦੀ ਦੀ ਨਹੀਂ ਹੋਣੀ ਚਾਹੀਦੀ। ਤੇ ਸਭ ਤੋਂ ਵੱਡੀ ਗੱਲ ਕਿ ਜਿਹੜੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਟੇਜ ਹੈ, ਉਹਦੇ ਤੇ ਪੰਥਕ ਰੰਗ ਤੋਂ ਬਿਨਾ ਕੋਈ ਦੂਜਾ ਰੰਗ ਨਹੀਂ ਦਿਸਣਾ ਚਾਹੀਦਾ। ਤੇ ਮੇਰਾ ਖਿਆਲ ਹੈ ਕਿ ਆਪ ਜੀ ਇਸ ਨਾਲ ਸਹਿਮਤ ਹੋਗੇ ਕਿ ਸਿਰਫ ਤੇ ਸਿਰਫ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਟੇਜ ਦੇ ਉੱਤੇ ਪੰਥਕ ਰੰਗ ਹੀ ਦਿਸਣਾ ਚਾਹੀਦਾ ਹੈ। ਜਿਹੜਾ ਵੀ ਆਵੇ, ਕਿਸੇ ਵੀ ਪਾਰਟੀ ਦਾ ਆਵੇ, ਕਿਸੇ ਵੀ ਧੜੇ ਦਾ ਆਵੇ, ਉਹਦਾ ਮਾਣ ਸਤਿਕਾਰ ਅਦਬ ਹੋਣਾ ਚਾਹੀਦਾ ਹੈ। ਕਿ ਇਸ ਨਾਲ ਸਾਰੇ ਸਹਿਮਤ ਹੈ। ਦੂਸਰੀ ਬੇਨਤੀ ਹੈ ਕਿ ਕਿਉਂਕਿ ਅਸੀਂ ਫੈਸਲਾ ਕੀਤਾ ਸੀ, ਜਦੋਂ ਦਾਸ ਨੇ ਸੇਵਾ ਸੰਭਾਲੀ ਸੀ ਤੇ ਉਦੋਂ ਫੈਸਲਾ ਕੀਤਾ ਸੀ ਕਿ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਜਿਹੜੀ ਹੈ ਕੇਵਲ ਸਾਲ ਦੇ ਵਿੱਚ 2 ਵਾਰੀ ਹੋਵੇ। ਇੱਕ ਵਿਸਾਖੀ ਦੇ ਨੇੜੇ ਤੇੜੇ ਹੋਵੇ, ਇੱਕ ਦੀਵਾਲੀ ਦੇ ਨੇੜੇ ਤੇੜੇ ਹੋਵੇ। ਇੱਕ ਮੀਟਿੰਗ ਜਿਹੜੀ ਹੈ ਪਹਿਲੀ ਉਹ ਵਿਸਾਖੀ ਦੇ ਨੇੜੇ ਤੇੜੇ ਕੀਤੀ ਸੀ ਤੇ ਦੂਸਰੀ ਮੀਟਿੰਗ ਅੱਜ ਦੀਵਾਲੀ ਦੇ ਨੇੜੇ ਤੇੜੇ ਹੋਣ ਜਾ ਰਹੀ ਹੈ। ਕੁਝ ਚਿੱਠੀਆਂ, ਕੁਝ ਸੁਝਾਅ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਿੱਖ ਸੰਗਤ ਨੇ ਮੰਗੇ ਨੇ, ਦੁਨੀਆ ਭਰ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਨੇ। ਕੁਝ ਤਾਂ ਛੋਟੇ ਛੋਟੇ ਹੀ ਹੈ ਜਿਨ੍ਹਾਂ ਨੂੰ ਇਸ ਇਕੱਠ ਦੇ ਵਿੱਚ ਵਿਚਾਰਨ ਦੀ ਲੋੜ ਨਹੀਂ। ਲੇਕਿਨ ਕੁਝ ਐਸੇ ਹੈ ਜਿਨ੍ਹਾਂ ਬਾਰੇ ਵਿਚਾਰ ਕਰ ਲੈਣੀ ਜਿਹੜੀ ਹੈ ਉਹ ਜਾਇਜ਼ ਹੈ। ਇੱਕ ਤਾਂ ਇਲੈਕਟ੍ਰੋਨਿਕ ਚੰਦੋਇਆਂ ਦਾ ਪ੍ਰਚਲਨ ਜਿਹੜਾ ਉਹ ਵੱਧਦਾ ਜਾ ਰਿਹਾ ਹੈ। ਇਲੈਕਟ੍ਰੋਨਿਕ ਚੰਦੋਏ ਲਾਏ ਜਾ ਰਹੇ ਆ। ਉਹ ਚੰਦੋਏ ਜਿਹੜੇ ਘੁੰਮਦੇ ਆ, ਉਹਨਾਂ 'ਚ ਇਲੈਕਟ੍ਰਿਕ ਵਾਇਰ ਵੀ ਹੁੰਦੀ ਹੈ। ਆਪ ਜੀ ਨੇ ਸੁਝਾਅ ਦੇਣੇ ਹੈ ਕਿ ਕੀ ਇਹ ਠੀਕ ਹੈ ਜਾਂ ਇਹ ਬੰਦ ਹੋਣੇ ਚਾਹੀਦੇ। ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪਾਵਨ ਬਿਰਧ ਸਰੂਪਾਂ ਦੀ ਸੇਵਾ ਸੰਭਾਲ ਗੋਂਦਵਾਲ ਸਾਹਿਬ ਵਿੱਚ ਹੁੰਦੀ ਹੈ, ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। ਲੇਕਿਨ ਵਿਦੇਸ਼ਾਂ ਦੇ ਵਿੱਚ ਕੋਈ ਸਮੱਸਿਆ ਆ ਰਹੀ ਹੈ ਤੇ ਵਿਦੇਸ਼ਾਂ ਦੇ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਸਾਨੂੰ ਜਿਹੜਾ ਇੱਥੇ ਇਹ ਇਜਾਜ਼ਤ ਹੋਣੀ ਚਾਹੀਦੀ ਹੈ ਬਿਰਧ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਟਕਾ ਸਾਹਿਬ ਅਸੀਂ ਅਦਬ ਸਤਿਕਾਰ ਸਹਿਤ ਜਿਹੜਾ ਹੈ ਉਹ ਅੰਤਮ ਸੰਸਕਾਰ ਉਹਦਾ ਕਰ ਸਕੀਏ। ਤੇ ਅਸੀਂ ਉਹਨਾਂ ਨੂੰ ਚਿੱਠੀਆਂ ਪਾ ਕੇ ਵੈਸੇ ਤਾਂ ਮੰਗਿਆ ਕਿ ਕੀ ਤੁਹਾਡੀ ਮੁਲਕ ਦੇ ਕਾਨੂੰਨ ਜਿਹੜੇ ਇਹਦੇ ਬਾਰੇ ਇਜਾਜ਼ਤ ਦਿੰਦੇ ਆ, ਕਿਉਂਕਿ ਇਹ ਸਰਕਾਰਾਂ ਤੁਹਾਨੂੰ ਇਜਾਜ਼ਤ ਦਿੰਦੀਆਂ, ਇਹ ਸਰਕਾਰਾਂ ਉਹਨਾਂ ਨੂੰ ਇਜਾਜ਼ਤ ਦਿੰਦੀਆਂ ਤੇ ਉਸ ਤੋਂ ਬਾਅਦ ਸੋਚ ਵਿਚਾਰ ਜਿਹੜੀ ਹੈ ਉਹ ਕੀਤੀ ਜਾਏਗੀ।
ਕਿ ਜੋ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਇਜਾਜ਼ਤ ਨਹੀਂ ਦਿੰਦੀਆਂ ਤੇ ਫਿਰ ਆਪਾਂ ਜਿਹੜਾ ਇਸ ਚੱਕਰ 'ਚ ਜਿਹੜਾ ਉਹ ਨਾ ਪਾਈਏ। ਇੱਕ ਮੂਰਤੀਆਂ ਵਿਕ ਰਹੀਆਂ ਨੇ ਦੁਕਾਨਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀਆਂ, ਬਹੁਤ ਹੀ ਖਤਰਨਾਕ ਇੱਕ ਕਿਸਮ ਦੀ ਇਹ ਖੇਡ ਹੈ। ਤਸਵੀਰਾਂ ਤਾਂ ਚਲੋ ਗੁਰੂ ਘਰ ਦੇ ਵਿੱਚ ਪਹਿਲਾਂ ਤੋਂ ਬਣਦੀਆਂ ਰਹੀਆਂ ਨੇ, ਪੁਰਾਣੀਆਂ ਚਿੱਤਰਕਲਾਵਾਂ ਗੁਰਦੁਆਰੇ ਸਾਹਿਬਾਨ ਦੀਆਂ ਕੰਧਾਂ ਦੇ ਉੱਤੇ ਉਕਰੀਆਂ ਨੇ, ਤਾਂ ਮੈਂ ਸਮਝਦਾ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਹਿਲੋਂ ਕੌਮ ਨੇ, ਪੰਥ ਨੇ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ। ਪੂਜਾ ਜਿਹੜੀ ਹੈ, ਤਸਵੀਰ ਪੂਜਾ, ਇਹਦੀ ਗੁਰਮਤ ਕਿਤੇ ਵੀ ਇਜਾਜ਼ਤ ਨਹੀਂ ਦਿੰਦੀ। ਪਰ ਜਿਹੜੀਆਂ ਮੂਰਤੀਆਂ ਬਣ ਰਹੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ, ਇਹ ਇੱਕ ਖਤਰਨਾਕ ਰੁਝਾਨ ਹੈ, ਇਹਨੂੰ ਰੋਕਿਆ ਜਾਣਾ ਚਾਹੀਦਾ ਹੈ। ਇਹਦੇ ਉੱਤੇ ਆਪ ਜੀ ਨੇ ਆਪਣੇ ਕੀਮਤੀ ਜਿਹੜੇ ਆ ਉਹ ਵਿਚਾਰ ਦੇਣੇ। ਕੁਝ ਹੋ ਰਹੀਆਂ ਨੇ, ਸੁਲਤਾਨਪੁਰ ਲੋਧੀ ਦਾ ਨਾਮ ਜਿਹੜਾ ਬਦਲ ਕੇ ਨਾਨਕੀ ਚੱਕ ਜਿਹੜਾ ਜਾਂ ਨਾਨਕ ਚੱਕ ਜਾਂ ਨਾਨਕਪੁਰ ਕੀਤਾ ਜਾਵੇ, ਇਹ ਮੈਂ ਸਮਝਦਾ ਕਿ ਸਰਕਾਰਾਂ ਨੇ ਕਰਨਾ ਹੈ। ਇਹਦੇ ਬਾਰੇ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਹਾਂਗੇ ਕਿ ਉਹ ਰਾਜਨੀਤਿਕਾਂ ਨਾਲ ਚਾਰਾਜੋਈ ਜਿਹੜੀ ਆ ਉਹ ਕਰੇ। ਇੱਕ ਜਿਹੜਾ ਇਹ ਮਸਲਾ ਬੜੇ ਲੰਬੇ ਸਮੇਂ ਤੋਂ ਚੱਲ ਰਿਹਾ ਹੈਗਾ, ਕਾਫੀ ਸਾਰੀਆਂ ਦੇਸ਼ਾਂ ਵਿਦੇਸ਼ਾਂ ਤੋਂ ਇਸ ਸੰਬੰਧੀ ਦਰਖਾਸਤਾਂ ਵੀ ਆਈਆਂ, ਉਹ ਹੈ ਰਣਜੀਤ ਸਿੰਘ ਢੱਡਰੀਆਂ ਵਾਲੇ ਬਾਰੇ। ਉਹਦੇ ਬਾਰੇ ਵੀ ਕਈ ਸਿੱਖ ਵਿਦਵਾਨਾਂ ਨਾਲ ਕਈ ਦਿਨਾਂ ਤੋਂ ਫੋਨ ਰਾਹੀਂ ਜਾਂ ਮਿਲ ਕੇ ਵਿਚਾਰ ਸਾਂਝੇ ਕੀਤੇ ਹੈ, ਰਾਵਾਂ ਲਵੀਆਂ ਨੇ। ਤੇ ਉਹਦੇ 'ਤੇ ਵੀ ਇਹੀ ਖਿਆਲ ਬਣਿਆ ਕਿ 5 ਸਿੱਖ ਵਿਦਵਾਨਾਂ ਦੀ ਕਮੇਟੀ ਜਿਹੜੀ ਆ ਉਹ ਬਣਾਈ ਜਾਵੇ। ਉਹਨਾਂ ਵੱਲੋਂ ਜਿਹੜਾ ਕੁਝ ਬੋਲਿਆ ਗਿਆ ਉਹਦੀ ਘੋਖ ਪੜਤਾਲ ਕੀਤੀ ਜਾਵੇ, ਤੇ ਘੋਖ ਪੜਤਾਲ ਦੌਰਾਨ ਜੋ ਲੱਗਦਾ ਹੈ ਕਿ ਗੁਰਮਤ ਵਿਰੋਧੀ ਹੈ ਉਹਦੇ ਬਾਰੇ ਉਹਦੇ ਤੋਂ ਪੁੱਛ ਕੀਤੀ ਜਾਏ, ਤੇ ਪੁੱਛ ਜਿਹੜੀ ਹੈ ਉਹ ਔਨ ਰਿਕਾਰਡਡ ਹੋਵੇ, ਵੀਡੀਓ ਨਹੀਂ ਹੋਵੇ। ਤੇ ਫਿਰ ਉਹ ਜਿਹੜੀ ਰਿਪੋਰਟ ਆਊਗੀ ਉਸ ਤੋਂ ਬਾਅਦ ਆਪਾਂ ਕੋਈ ਅਗਲੀ ਜਿਹੜੀ ਹੈ ਕਾਰਵਾਈ ਬਾਰੇ ਸੋਚੀਏ। ਤੇ ਇਹ ਕੁਝ ਮਸਲੇ ਨੇ, ਇਹਨਾਂ ਮਸਲਿਆਂ ਬਾਰੇ ਆਪ ਜ਼ਰੂਰ ਸੁਝਾਅ ਦਿਓਗੇ। ਬਹੁਤ ਸਾਰੀਆਂ ਜਥੇਬੰਦੀਆਂ ਆਈਆਂ, ਜੇ ਇਕੱਲੇ ਨੂੰ ਅਸੀਂ ਕਹੀਏ ਕਿ ਆਪਾਂ ਬੋਲਣਾ ਤੇ ਮੇਰੇ ਖਿਆਲ ਆਪਾਂ ਕੱਲ੍ਹ ਸਵੇਰ ਤੱਕ ਹੀ ਬੋਲਦੇ ਰਵਾਂਗੇ। ਤੇ ਮੈਂ ਸਮਝਦਾ ਕਿ ਮੇਨ ਜਿਹੜੇ ਜਿਵੇਂ ਬੈਠੇ ਨੇ ਜਥੇਬੰਦੀਆਂ ਦੇ ਬੁਲਾਰੇ, ਉਹਨਾਂ ਨੂੰ ਆਪਾਂ ਮੰਚ ਤੋਂ ਬੁਲਾ ਦਈਏ। ਬਾਕੀ ਜਿਹੜੇ ਆਏ ਨੇ ਅਸੀਂ ਉਹਨਾਂ ਨੂੰ ਕਾਗਜ਼ ਜਿਹੜੇ ਆ ਪ੍ਰੋਵਾਈਡ ਕਰਾ ਦਿੰਦੇ ਆ, ਤੇ ਉਹ ਲਿਖਤੀ ਤੌਰ 'ਤੇ ਇੱਕ ਪਹਿਰੇ ਦੇ ਵਿੱਚ ਆਪਣਾ ਸੁਝਾਅ ਜਿਹੜਾ ਉਹ ਜ਼ਰੂਰ ਇੱਥੇ ਛੱਡ ਕੇ ਜਾਣ, ਕਿ ਕੋਈ ਵੀ ਵਾਂਝਾ ਨਾ ਰਹੇ ਆਪਣਾ ਸੁਝਾਅ ਦੇਣੋਂ। ਤੇ 2 4 5 ਜਿੰਨੇ ਕੁ ਬੁਲਾਰੇ, ਕਿਉਂਕਿ ਬੜਾ ਲੰਬਾ ਸਮਾਂ ਲੱਗਣਾ, ਸਮਾਂ ਸਭ ਦਾ ਹੀ ਕੀਮਤੀ ਹੈ। ਤੇ ਬਾਕੀ ਜਿਹੜੇ ਕੱਲੇ ਸੁਝਾਅ ਜਿਹੜੇ ਆ, ਇੰਨਾ ਵਿਸ਼ਵਾਸ ਦਿਓ ਨੇ ਕਿ ਜਿਹੜੀ ਤੁਸੀਂ ਕੱਲੀ ਸਤਰ ਲਿਖ ਕੇ ਦੇ ਕੇ ਜਾਓਗੇ ਉਹਨੂੰ ਪੜ੍ਹਿਆ ਜਾਏਗਾ। ਪੰਜ ਸਿੰਘ ਸਾਹਿਬਾਨ ਦੀ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਉਹਨਾਂ ਨੂੰ ਪੜ੍ਹਿਆ ਜਾਏਗਾ, ਤੇ ਤੁਹਾਡੇ ਸੁਝਾਅ ਵਡਮੁੱਲੇ ਹੋਏ ਤਾਂ ਫਿਰ ਉਹਨਾਂ ਦੇ ਉੱਤੇ ਗੌਰ ਵੀ ਫਰਮਾਇਆ ਜਾਊਗਾ। ਮੈਂ ਭਾਈ ਜਸਪਾਲ ਸਿੰਘ ਬੈਠੇ ਨੇ, ਇਹਨਾਂ ਨੂੰ ਬੇਨਤੀ ਕਰਾਂਗਾ ਕਿ ਕਾਗਜ਼ ਜਿਹੜੇ ਆ ਉਹ ਕੁਝ ਮੰਗਾ ਕੇ, ਤੇ ਕਾਗਜ਼ ਜਿਹੜੇ ਆ ਉਹ ਜਿਹੜਾ ਮੰਗਦਾ ਹੈ ਉਹਨੂੰ ਕਾਗਜ਼ ਜਿਹੜੇ ਦੇ ਦਿਓ। ਲਿਖਤੀ ਸੁਝਾਅ ਜਿਹੜੇ ਆ ਆਪਣੇ ਇੱਥੇ ਤੁਸੀਂ ਨਾਮ ਲਿਖ ਕੇ ਔਰ ਆਪਣਾ ਟੈਲੀਫੋਨ ਨੰਬਰ ਲਿਖ ਕੇ, ਜੇ ਕੋਈ ਜਥੇਬੰਦੀ ਹੈ ਤੇ ਜਥੇਬੰਦੀ ਦਾ ਨਾਂ, ਟੈਲੀਫੋਨ ਨੰਬਰ ਲਿਖ ਕੇ ਆਪਣਾ ਸੁਝਾਅ ਜਿਹੜਾ 1-2 ਸਤਰਾਂ ਦੇ ਵਿੱਚ ਜਿਹੜਾ ਉਹ ਦੇਣ ਦੀ ਕਿਰਪਾਲਤਾ ਕੀਤੀ ਜਾਏ। ਜਿੰਨੇ ਕਿ ਆਪਾਂ ਏਜੰਡਿਆਂ ਦੇ ਉੱਤੇ ਗੱਲਬਾਤ ਕੀਤੀ ਹੈ, ਸਿਰਫ ਇਹਦੇ ਸੰਬੰਧੀ ਆਪਾਂ ਸੁਝਾਅ ਦੇਣੇ ਨੇ। ਇਸ ਤੋਂ ਬਾਹਰ ਫਿਰ ਆਪਾਂ ਵੈਸੇ ਤੁਸੀਂ ਚਿੱਠੀਆਂ ਜਿਹੜੀਆਂ ਉਹ ਪਾ ਸਕਦੇ ਹੋ। ਤਾਂ ਇੰਨੀ ਕੁ ਬੇਨਤੀ ਜਿਹੜੀ ਹੈ ਪ੍ਰਵਾਨ ਕਰਨੀ। ਮੈਂ ਭਾਈ ਜਗਦੇਵ ਸਿੰਘ ਜੀ ਨੂੰ ਕਹਾਂਗਾ ਕਿ ਉਹ ਸਟੇਜ ਦੀ ਅਗਲੀ ਕਾਰਵਾਈ ਜਿਹੜੀ ਹੈ ਉਹ ਚਲਾਉਣ, ਤੇ ਮੁੱਖ 5-7 ਜਿਹੜੇ ਜਥੇਬੰਦੀਆਂ ਸੰਪਰਦਾਵਾਂ ਦੇ ਸਤਿਕਾਰਯੋਗ ਸਿੰਘ ਸਾਹਿਬਾਨ ਬੈਠੇ ਨੇ, ਬਾਬਾ ਬਲਵੀਰ ਸਿੰਘ ਜੀ ਬੈਠੇ ਨੇ, ਬਾਬਾ ਸੁਰਿੰਦਰ ਸਿੰਘ ਜੀ ਬੈਠੇ ਨੇ, ਹੋਰ ਬੈਠੇ ਨੇ, ਉਹਨਾਂ ਦੇ ਆਪਾਂ ਵਿਚਾਰ ਮੰਚ ਤੋਂ ਸੁਣ ਲਾਂਗੇ। ਤੇ ਬਾਕੀ ਜਿਹੜੇ ਆਪਣੇ ਲਿਖਤੀ ਸੁਝਾਅ ਜਿਹੜੇ ਆ ਉਹ ਦੇਣ ਦੀ ਜ਼ਰੂਰ ਕਿਰਪਾਲਤਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕੁਝ ਸਿੰਘਾਂ ਨੇ ਔਨ ਮਾਈਕ ਦਿੱਤੇ ਨੇ, ਕੁਝ ਲਿਖਤੀ ਸੁਝਾਅ ਆਏ ਆ। ਚੰਦੋਆ ਸਾਹਿਬ ਬਾਰੇ ਤਕਰੀਬਨ ਸਾਰੇ ਆਪਾਂ ਇੱਕ ਮਤ ਹੈ ਕਿ ਇਲੈਕਟ੍ਰੋਨਿਕ ਜਿਹੜੇ ਚੰਦੋਏ ਦਾ ਪ੍ਰਚਲਨ ਅੱਜ ਹੋ ਰਿਹਾ ਕਈ ਗੁਰਦੁਆਰਿਆਂ ਦੇ ਵਿੱਚ, ਉਹ ਨਹੀਂ ਹੋਣਾ ਚਾਹੀਦਾ। ਆਪ ਜੀ ਦੇ ਸੁਝਾਵਾਂ ਦੀ ਰੌਸ਼ਨੀ ਦੇ ਵਿੱਚ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਵਿੱਚ ਫੈਸਲੇ ਜਿਹੜੇ ਆ ਉਹ ਲਏ ਜਾਣਗੇ, ਮਤਿਆਂ ਨੂੰ ਲਿਖਤੀ ਰੂਪ ਦਿੱਤਾ ਜਾਊਗਾ। ਸੋ ਚੰਦੋਏ ਜਿਹੜੇ ਆ ਉਹ ਬਿਲਕੁਲ ਵੀ ਇਲੈਕਟ੍ਰੋਨਿਕ ਨਹੀਂ ਹੋਣੇ ਚਾਹੀਦੇ। ਤੇ ਮੈਂ ਵੀ ਕਹਾਂਗਾ ਕਿ ਆਪ ਜੀ ਇਹ ਜਿਹੜੇ ਸੁਝਾਅ ਆਏ ਆ ਬੋਲੇ ਜਾ ਰਹੇ, ਇਹਨਾਂ ਨੂੰ ਜਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿਓ। ਦੂਸਰਾ, ਮੂਰਤੀਆਂ ਬਾਰੇ ਫਿਲਹਾਲ ਕਿਉਂਕਿ ਪੰਥ ਬੜਾ ਵੱਡਾ ਸਾਡਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਿੱਖ ਸੰਗਤ ਰਹਿੰਦੀ ਹੈ, ਗੁਰਦੁਆਰਾ ਕਮੇਟੀਆਂ ਨੇ, ਵਿਸ਼ਵ ਦੀਆਂ ਸਿੱਖ ਜਥੇਬੰਦੀਆਂ ਨੇ। ਫਿਲਹਾਲ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਜਾਂ ਗੁਰੂ ਸਾਹਿਬਾਨ ਦੀਆਂ ਮੂਰਤੀਆਂ ਮਿਲਦੀਆਂ ਨੇ, ਇਹਦੇ ਉੱਤੇ ਆਪਾਂ ਰੋਕ ਜਿਹੜੀ ਆ ਆਪਾਂ ਲਾਵਾਂਗੇ, ਕਿਉਂਕਿ ਤਸਵੀਰਾਂ ਜਿਹੜੀਆਂ ਅਜਾਇਬ ਘਰਾਂ ਦੇ ਵਿੱਚ ਲੱਗੀਆਂ, ਤੇ ਨਾ ਵੀ ਅਜਿਹਾ ਫੈਸਲਾ ਜਿਹੜਾ ਆਪਾਂ ਅੱਜ ਲੈ ਲਈਏ ਤੇ ਸਾਡੇ ਕੁਝ ਜਿਹੜੇ ਆ ਉਹ ਫਿਰ ਕਈ ਗੁਰਦੁਆਰੇ ਸਾਹਿਬਾਨਾਂ ਦੇ ਅੱਗੇ ਲੱਗੇ ਬਹੁਤ, ਉਹਨਾਂ ਨੂੰ ਤੋੜਨ ਤੁਰ ਪੈਣ ਤੇ ਮਾਹੌਲ ਖਰਾਬ ਹੋ ਜੇ ਤੇ ਆਪਾਂ ਸ਼ਤਾਬਦੀ ਮਨਾ ਰਹੇ। ਇਸ ਲਈ ਹੋਰ ਵਿਚਾਰਾਂ ਵਾਸਤੇ ਇਸ ਫੈਸਲੇ ਨੂੰ ਅਜੇ ਜਿਹੜਾ ਆਪਾਂ ਪੈਂਡਿੰਗ ਕਰਦੇ ਹਾਂ। ਪਰ ਜਿਹੜੀਆਂ ਬਾਜ਼ਾਰ 'ਚ ਮੂਰਤੀਆਂ ਵਿਕਦੀਆਂ ਉਹਨਾਂ ਦੇ ਉੱਤੇ ਆਪਾਂ ਫਿਲਹਾਲ ਰੋਕ ਲਾਉਂਦੇ ਹਾਂ ਕਿ ਉਹ ਨਹੀਂ ਵਿਕਣੀਆਂ ਚਾਹੀਦੀਆਂ, ਕਿਉਂਕਿ ਸਾਡਾ ਸਿਧਾਂਤ ਜਿਹੜਾ ਉਹ ਗੁਰਮੂਰਤ ਗੁਰ ਸ਼ਬਦ ਦਾ ਹੈ। ਪਰ ਇਸ ਸਿਧਾਂਤ ਨੂੰ ਲਾਗੂ ਕਰਵਾਉਣਾ ਤੇ ਜਿਹੜੀਆਂ ਮੂਰਤੀਆਂ ਜਾਂ ਬੁੱਤ ਬਣ ਰਹੇ ਆ ਉਹਨੂੰ ਰੋਕਣਾ, ਇਹ ਇੱਕ ਸਿਸਟਮ ਨਾਲ ਆਪਾਂ ਕਰੀਏ ਤਾਂ ਕਿ ਮਾਹੌਲ ਖਰਾਬ ਨਾ ਹੋਵੇ, ਕੋਈ ਲੜਾਈ ਝਗੜੇ ਦਾ ਖਤਰਾ ਪੈਦਾ ਨਾ ਹੋਵੇ। ਇੱਕ ਟੰਡਰੀਆਂ ਵਾਲੇ ਬਾਰੇ ਆਪ ਸਭ ਨੇ, ਜਿਨ੍ਹਾਂ ਨੇ ਵੀ ਰਾਵਾਂ ਦਿੱਤੀਆਂ ਨੇ ਲਿਖਤੀ ਜਾਂ ਮੌਖਿਕ, ਇਹਦੇ ਨਾਲ ਸਹਿਮਤੀ ਜਤਾ ਦਿੱਤੀ ਹੈ ਕਿ 5 ਵਿਦਵਾਨਾਂ ਦੀ ਕਮੇਟੀ ਜਿਹੜੀ ਹੈ 4-5 ਦਿਨਾਂ ਦੇ ਅੰਦਰ ਅੰਦਰ ਬਣਾ ਦਿੱਤੀ ਜਾਊਗੀ ਤੇ ਉਹਨਾਂ ਦਾ ਜਿਹੜਾ ਬੋਲਿਆ ਹੈ ਉਹ ਸਾਡੇ ਕੋਲੇ ਪਹੁੰਚ ਜਾਏਗਾ। ਅਸੀਂ ਡਿਊਟੀ ਲਾ ਦਿੱਤੀ ਹੈ ਕਈ ਵੀਰਾਂ ਦੀ, ਜਿਹੜੀਆਂ YouTube ਤੋਂ ਡਿਲੀਟ ਹੋ ਗਈਆਂ ਨੇ ਵੀਡੀਓਜ਼ ਜਾਂ ਕਰ ਦਿੱਤੀਆਂ ਗਈਆਂ ਨੇ, ਉਹ ਵੀ ਅਸੀਂ ਮੰਗਵਾ ਰਹੇ ਹਾਂ। ਤੇ 5 ਵਿਦਵਾਨ ਜਿਹੜੇ ਨੇ ਉਹ ਉਹਨਾਂ ਵੀਡੀਓ ਨੂੰ ਘੋਖਣਗੇ ਤੇ ਫਿਰ 5 ਵਿਦਵਾਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾ ਕੇ ਉਹਨਾਂ ਦੀ ਜਵਾਬ ਤਲਬੀ ਜਿਹੜੀ ਆ ਉਹ ਕੀਤੀ ਜਾਊ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ। ਇਹ ਜਵਾਬ ਤਲਬੀ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਹੋਣੀ ਹੈ, ਕਿਸੇ ਸੰਪਰਦਾ ਵੱਲੋਂ, ਕਿਸੇ ਜਥੇਬੰਦੀ ਵੱਲੋਂ ਨਹੀਂ ਹੋਣੀ ਹੈ। ਤੇ ਜੋ ਵੀ ਜਵਾਬ ਜਾਂ ਸਵਾਲ ਹੋਣਗੇ ਅਸੀਂ ਉਹਨਾਂ 5 ਵਿਦਵਾਨਾਂ ਨੂੰ ਜਿਹੜਾ ਉਹ ਇਹ ਕਹਾਂਗੇ ਕਿ ਔਨ ਰਿਕਾਰਡਡ ਹੋਣੇ ਚਾਹੀਦੇ ਨੇ, ਵੀਡੀਓ ਉਹਦੀ ਬਣਨੀ ਚਾਹੀਦੀ ਹੈ ਤਾਂ ਕਿ ਵਿਸ਼ਵ ਦੇ ਵਿੱਚ ਬੈਠੀਆਂ ਸਿੱਖ ਸੰਗਤਾਂ ਜਿਹੜੀਆਂ ਉਹ ਜਾਣਨ। ਤੇ ਫਿਰ ਜਿਹੜੀ ਮੁਕੰਮਲ ਰਿਪੋਰਟ ਆਊਗੀ ਉਸ ਤੋਂ ਬਾਅਦ ਹੀ ਜਿਹੜਾ ਆਪਾਂ ਫੈਸਲਾ ਲਵਾਂਗੇ ਕਿ ਇਹਦੇ ਨਾਲ ਸਾਰੀ ਸਹਿਮਤ ਜੇ ਸਹਿਮਤ ਹੈ ਤੇ ਚਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨਗੀ ਦਿੱਤੀ ਜਾਵੇ। ਤੇ ਸੋਸ਼ਲ ਮੀਡੀਆ ਦੇ ਉੱਤੇ ਆਪਾਂ ਬਿਆਨਬਾਜ਼ੀ ਜਿਹੜੀ ਹੈ ਫਿਲਹਾਲ ਇਹਨੂੰ ਬੰਦ ਕਰਨ ਦਾ ਜਿਹੜਾ ਯਤਨ ਕਰੀਏ ਤਾਂ ਕਿ ਮਾਹੌਲ ਜਿਹੜਾ ਹੈ ਉਹ ਕਿਸੇ ਕਿਸਮ ਦਾ ਤਲਖੀ ਭਰਿਆ ਜਿਹੜਾ ਉਹ ਨਾ ਬਣੇ। ਬਾਕੀ ਇਹ ਹੋ ਹੀ ਗਿਆ, ਸਾਰਿਆਂ ਨੇ ਸਹਿਮਤੀ ਦੇ ਦਿੱਤੀ ਹੈ ਕਿ ਸੁਲਤਾਨਪੁਰ ਲੋਧੀ ਦੀ ਧਰਤੀ ਦੇ ਉੱਤੇ ਜੋ ਸ਼ਤਾਬਦੀ ਸਮਾਗਮ ਮਨਾਏ ਜਾਣੇ ਨੇ 1 ਤਰੀਕ ਤੋਂ ਲੈ ਕੇ 12 ਤਰੀਕ ਤੱਕ, ਉਹ ਸਾਰੇ ਸਮਾਗਮ ਜਿਹੜੇ ਨੇ ਗੁਰਦੁਆਰਾ ਬੇਰ ਸਾਹਿਬ ਦੀ ਸਟੇਜ ਦੇ ਉੱਤੇ ਮਨਾਏ ਜਾਣਗੇ ਔਰ ਉਹਨਾਂ ਦਾ ਸਮੁੱਚਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ ਔਰ ਇਹ ਸਾਰੇ ਸਮਾਗਮ ਗੁਰਮਤ ਰਹੁ ਰੀਤਾਂ ਅਨੁਸਾਰ ਮਨਾਏ ਜਾਣਗੇ।
ਇਸ ਸਮਾਗਮਾਂ ਦੇ ਵਿੱਚ ਕੋਈ ਵੀ ਆਵੇ ਉਹਦਾ ਸਤਿਕਾਰ ਕੀਤਾ ਜਾਏਗਾ। ਜੇ ਦੇਸ਼ ਦਾ ਰਾਸ਼ਟਰਪਤੀ ਆਉਂਦਾ ਹੈ, ਸਵਾਗਤਯੋਗ ਹੈ। ਪੰਜਾਬ ਦਾ ਮੁੱਖ ਮੰਤਰੀ ਆਉਂਦਾ ਹੈ, ਸਵਾਗਤਯੋਗ ਹੈ। ਕੋਈ ਹੋਰ ਸਟੇਟ ਦਾ ਮੁੱਖ ਮੰਤਰੀ ਆਉਂਦਾ ਹੈ, ਕਿਸੇ ਹੋਰ ਮੁਲਕ ਦਾ ਪ੍ਰਧਾਨ ਮੰਤਰੀ ਆਉਂਦਾ ਹੈ ਤੇ ਸਵਾਗਤਯੋਗ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਾਰਿਆਂ ਦਾ ਜਿਹੜਾ ਹੈ ਉਹ ਸਨਮਾਨ ਕਰੇਗੀ, ਸਤਿਕਾਰ ਕਰੇਗੀ ਤੇ ਕੋਸ਼ਿਸ਼ ਇਹ ਹੋਏ ਕਿ ਸਾਰੀਆਂ ਗੁਰੂ ਖਾਲਸਾ ਪੰਥ ਦੀਆਂ ਸੰਪਰਦਾਵਾਂ, ਜਥੇਬੰਦੀਆਂ ਉਸ ਦਿਨ ਉਸ ਸਟੇਜ ਦੇ ਉੱਤੇ ਸੰਗਤ ਦੇ ਵਿੱਚ ਪੰਥ ਬਣ ਕੇ ਬੈਠਣ। ਸਮੁੱਚਾ ਪੰਥ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਵਿਹੜੇ ਦੇ ਵਿੱਚ ਪੰਥ ਬਣ ਕੇ ਆਵੇ। ਜਥੇਬੰਦੀ, ਧੜੇਬੰਦੀ, ਪਾਰਟੀ ਇਹ ਸਭ ਆਪਣੇ ਆਪਣੇ ਸਥਾਨਾਂ ਤੇ ਰੱਖ ਕੇ ਅਸੀਂ ਗੁਰੂ ਖਾਲਸਾ ਪੰਥ ਦੇ ਅੰਗ ਬਣ ਕੇ ਉਸ ਸਮਾਗਮ ਦੇ ਵਿੱਚ ਪਹੁੰਚਣਾ ਹੈ। ਇਸ ਫੈਸਲੇ ਨੂੰ ਆਪ ਸਭ ਸੰਗਤ ਦੀ ਪ੍ਰਵਾਨਗੀ ਜਿਹੜੀ ਹੈ ਉਹ ਚਾਹੀਦੀ ਹੈ ਕਿ ਬਾਕੀ ਕੋਈ ਹੋਰ ਸਟੇਜ ਲਾਉਂਦਾ ਹੈ, ਕੋਈ ਹੋਰ ਸਟੇਜ ਲਾਉਂਦਾ ਹੈ, ਸਰਕਾਰ ਲਾਉਂਦੀ ਹੈ, ਕੋਈ ਸੰਤ ਮਹਾਂਪੁਰਖ ਲਾਉਂਦੇ ਹੈ ਤਾਂ ਮੁਬਾਰਕ ਹੈ, ਲਾਉਣ। ਪਰ ਨਾਲ ਹੀ ਨਾਲ ਸਾਰੀਆਂ ਧਿਰਾਂ ਨੂੰ ਜਿਹੜੀ ਹੈ ਇਹ ਸਖਤ ਹਦਾਇਤ ਹੋਵੇਗੀ ਕਿ ਇਹਨਾਂ ਸਟੇਜਾਂ ਦੇ ਉੱਤੇ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ, ਗੁਰੂ ਨਾਨਕ ਸਾਹਿਬ ਦਾ ਇਤਿਹਾਸ, ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਗੱਲ ਹੋਵੇ। ਕਿਸੇ ਕਿਸਮ ਦੀ ਮਨਮਤ ਜਾਂ ਸਿਆਸਤ ਦੀ ਗੱਲ ਜਿਹੜੀ ਹੈ ਇਹ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਹੋਏਗੀ। ਚਾਹੇ ਉਹ ਸਰਕਾਰ ਦੀ ਸਟੇਜ ਹੈ ਤੇ ਚਾਹੇ ਉਹ ਗੁਰੂ ਖਾਲਸਾ ਪੰਥ ਦੀ ਸਟੇਜ ਹੈ, ਚਾਹੇ ਉਹ ਕਿਸੇ ਸੰਤ ਮਹਾਂਪੁਰਸ਼ ਦੀ ਸਟੇਜ ਹੈ, ਉੱਥੇ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਦਾ ਹੀ ਨਾਂ ਗੂੰਜੇਗਾ, ਕਿਸੇ ਵਿਅਕਤੀ ਦਾ ਨਾਂ ਨਹੀਂ ਗੂੰਜੇਗਾ, ਸਿਆਸਤ ਨਹੀਂ ਗੂੰਜੇਗੀ ਔਰ ਨਾ ਹੀ ਸਿਆਸਤ ਗੁੰਜਾਉਣ ਦੀ ਕਿਸੇ ਨੂੰ ਇਜਾਜ਼ਤ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਬੈਠੇ ਨੇ, ਇਹਨਾਂ ਦੀ ਸਾਰੀ ਜ਼ਿੰਮੇਵਾਰੀ ਹੋਏਗੀ ਕਿ ਗੁਰਮਤਿ ਰਹੁ ਰੀਤਾਂ ਦੇ ਮੁਤਾਬਕ ਜਿੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਕਰ ਰਹੀ ਹੈ ਉੱਥੇ ਗੁਰਦੁਆਰਾ ਬਾਬਾ ਬੇਰ ਸਾਹਿਬ ਦੀ ਜਿਹੜੀ ਹੈ ਉਹ ਸਟੇਜ ਸਜਾਵੇ, ਸਾਰੀਆਂ ਧਿਰਾਂ ਦਾ ਮਾਣ ਸਨਮਾਨ ਕਰੇ, ਪੱਖਪਾਤ ਜਿਹੜਾ ਹੈ ਉਹ ਕਿਸੇ ਨਾਲ ਨਾ ਕਰੇ। ਕਿਸੇ ਨਾਲ ਪੱਖਪਾਤ ਦੀ ਗੱਲ ਉੱਥੇ ਬਿਲਕੁਲ ਨਹੀਂ ਹੋਣੀ ਚਾਹੀਦੀ। ਜੇ ਕਾਂਗਰਸੀ ਆਉਂਦੇ ਆ, ਬੀਜੇਪੀ ਵਾਲੇ ਆਉਂਦੇ ਆ, ਆਮ ਆਦਮੀ ਪਾਰਟੀ ਵਾਲੇ ਆਉਂਦੇ ਆ, ਸੰਗਤ ਦੇ ਵਿੱਚ ਬੈਠਦੇ ਆ, ਸਭ ਦਾ ਹੀ ਮਾਣ ਸਤਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਕਾਇਮ ਰੱਖਣ ਲਈ ਵਚਨਬੱਧ ਹੋਵੇਗੀ। ਸੋ ਇਹ ਅੱਜ ਦੇ ਫੈਸਲੇ ਆ ਤੇ ਮੈਂ ਇਹ ਚਾਹੁੰਦਾ ਹੈ ਕਿ ਜਿਸ ਤਰ੍ਹਾਂ ਆਪਾਂ ਅੱਜ ਬੈਠੇ ਹਾਂ, ਘੱਟੋ ਘੱਟ ਸਾਲ ਦੇ ਵਿੱਚ ਜਿੱਦੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਇਆ ਕਰੇ, ਆਪਾਂ ਰਲ ਮਿਲ ਕੇ ਸਾਰੇ ਜਿਹੜੇ ਆ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਦੇ ਵਿੱਚ ਬੈਠੇ ਕਰੀਏ। 2 ਦਿਨ ਬੈਠਿਆ ਕਰੀਏ, 3 ਦਿਨ ਬੈਠਿਆ ਕਰੀਏ ਤੇ ਬੈਠ ਕੇ ਜਿਹੜੇ ਕਰੰਟ ਮੁੱਦੇ ਹੋਣਗੇ ਪੰਥ ਦੇ ਉਹਨਾਂ ਤੇ ਚਰਚਾ ਕਰਿਆ ਕਰੀਏ ਤੇ ਫਿਰ ਜੋ ਰਿੜਕਣ ਤੋਂ ਬਾਅਦ ਨਿਕਲੇ ਪੰਜ ਸਿੰਘ ਸਾਹਿਬਾਨ ਜਿਹੜੇ ਹੈ ਉਹਦੇ ਤੇ ਆਪਣਾ ਫੈਸਲਾ ਜਿਹੜਾ ਹੈ ਉਹ ਲਿਆ ਕਰਨ। ਇਹ ਸਾਡੀ ਪੁਰਾਤਨ ਜਿਹੜੀ ਹੈ ਮਰਿਆਦਾ ਹੁੰਦੀ ਸੀ, ਰਵਾਇਤ ਹੁੰਦੀ ਸੀ ਕਿ ਪੰਥ ਜਿਹੜਾ ਦੀਵਾਲੀ ਦੇ ਮੌਕੇ ਦੇ ਉੱਤੇ ਜਾਂ ਵਿਸਾਖੀ ਦੇ ਜੋੜ ਮੇਲੇ ਦੇ ਮੌਕੇ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜੁੜ ਕੇ ਬਹਿੰਦਾ ਸੀ ਤੇ ਜੋ ਪੰਥ ਜਿਹੜਾ ਹੈ ਮਸ਼ਵਰਾ ਦਿੰਦਾ ਸੀ, ਰਾਏ ਦਿੰਦਾ ਸੀ, ਪੰਜ ਸਿੰਘ ਸਾਹਿਬਾਨ ਜਿਹੜੇ ਆ ਉਹਦੇ ਮੁਤਾਬਕ ਹੀ ਆਪਣਾ ਜਿਹੜਾ ਹੈ ਉਹ ਮਤਾ ਸੁਣਾਉਂਦੇ ਸੀ, ਹੁਕਮ ਸੁਣਾਉਂਦੇ ਸੀ, ਫੈਸਲਾ ਪੰਥ ਕਰਦਾ ਸੀ। ਪੰਜ ਸਿੰਘ ਸਾਹਿਬਾਨ ਜਿਹੜੇ ਆ ਉਸ ਫੈਸਲੇ ਨੂੰ ਅਨਾਉਂਸ ਕਰਨ ਵਾਲੇ ਹੁੰਦੇ ਸੀ। ਅੱਜ ਉਲਟ ਹੋ ਗਿਆ। ਅੱਜ ਅਸੀਂ ਜਥੇਦਾਰ ਨੂੰ ਕਹਿੰਦੇ ਕਿ ਫੈਸਲਾ ਕਰ। ਫੈਸਲਾ ਜਥੇਦਾਰ ਨੇ ਨਹੀਂ ਕਰਨਾ ਹੁੰਦਾ, ਫੈਸਲਾ ਪੰਥ ਨੇ ਕਰਨਾ ਹੁੰਦਾ ਹੈ। ਜਥੇਦਾਰ ਨੇ ਪੰਥ ਦੇ ਫੈਸਲੇ ਨੂੰ ਪੰਥ ਦੀਆਂ ਭਾਵਨਾਵਾਂ ਮੁਤਾਬਕ ਗੁਰਮਤਿ ਦੀ ਰੌਸ਼ਨੀ ਦੇ ਵਿੱਚ ਅਨਾਉਂਸ ਕਰਨਾ ਹੁੰਦਾ ਹੈ। ਸੋ ਬਸ ਇੰਨੀਆਂ ਕੁ ਬੇਨਤੀਆਂ ਕਿ ਸਾਰੇ ਹੀ ਆਪਾਂ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮਤਭੇਦ ਹੈ, ਚਾਹੇ ਨਿੱਜੀ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਮਤਭੇਦ ਹੈ, ਅਸੀਂ ਸਾਰੀਆਂ ਹੀ ਤਰ੍ਹਾਂ, ਸਾਰੀਆਂ ਹੀ ਸੰਪਰਦਾਵਾਂ, ਸਾਰੇ ਦੇ ਸਾਰੇ ਗੁਰੂ ਨਾਨਕ ਬਾਬਾ ਜੀ ਦੀ ਸਟੇਜ ਦੇ ਉੱਤੇ ਉਸ ਦਿਨ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚਣਾ ਹੈ। 1 ਤੋਂ ਲੈ ਕੇ 12 ਤਰੀਕ ਤੱਕ ਜਿਹੜੇ ਸਮਾਗਮ ਹੋ ਰਹੇ ਨੇ ਉਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰਨੀਆਂ ਨੇ। ਬਾਕੀ ਜਿੰਨੀਆਂ ਵੀ ਉੱਥੇ ਜੇ ਸਟੇਜਾਂ ਲੱਗਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਹਨਾਂ ਨੂੰ ਵਰਤਿਆ ਜਾਂਦਾ ਹੈ ਤੇ ਮੁਬਾਰਕ ਹੈ। ਕਿਸੇ ਤੇ ਕੋਈ ਰੋਕ ਨਹੀਂ ਹੈ, ਕਿਸੇ ਤੇ ਕੋਈ ਪਾਬੰਦੀ ਨਹੀਂ ਹੈ, ਕਿਸੇ ਤੇ ਕੋਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਹੈ। ਸਰਕਾਰ 9 ਤਰੀਕ ਨੂੰ ਡੇਰਾ ਬਾਬਾ ਨਾਨਕ ਸਟੇਜ ਲਾ ਰਹੀ ਹੈ, ਮੁਬਾਰਕ ਹੈ। ਜੇ ਪੰਥ ਦੀਆਂ ਜਥੇਬੰਦੀਆਂ ਨੂੰ, ਪੰਥ ਦੀਆਂ ਹਸਤੀਆਂ ਨੂੰ ਸੱਦਾ ਪੱਤਰ ਦਿੰਦੀ ਹੈ ਤੇ ਮੁਬਾਰਕ ਹੈ। ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜੇ ਸਮਾਗਮ ਹੈ ਉਹ ਕੇਵਲ ਤੇ ਕੇਵਲ
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਟੇਜ ਦੇ ਉੱਤੇ ਜਿਹੜੇ ਹੈ ਉਹ ਮਨਾਏ ਜਾਣਗੇ। ਗੁਰਦੁਆਰਾ ਬੇਰ ਸਾਹਿਬ ਦੀ ਸਟੇਜ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਹੀ ਪ੍ਰਬੰਧਾਂ ਦੀ ਜ਼ਿੰਮੇਵਾਰੀ ਨਿਭਾਏਗੀ ਤੇ ਸਾਰਿਆਂ ਦਾ ਮਾਣ ਸਤਿਕਾਰ ਅਦਬ ਦਾ ਖਿਆਲ ਰੱਖੇਗੀ। ਕੋਈ ਅਕਾਲੀ ਆਵੇ, ਕੋਈ ਕਾਂਗਰਸੀ ਆਵੇ, ਕਿਸੇ ਨਾਲ ਕੋਈ ਮਤਭੇਦ ਨਹੀਂ ਹੋਏਗਾ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਤੇ ਮੈਂ ਹੁਣ ਚਾਹਾਂਗਾ ਕਿ ਜਿੰਨੇ ਵੀ ਆਪ ਆਏ ਹੋ ਜਥੇਬੰਦੀਆਂ, ਤੁਹਾਡਾ ਮਾਣ ਸਤਿਕਾਰ ਅਦਬ ਇਹ ਜ਼ਰੂਰ ਕੀਤਾ ਜਾਏ। ਮੈਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ, ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਤੇ ਪ੍ਰਧਾਨ ਗੋਬਿੰਦ ਸਿੰਘ ਜੀ ਲੌਂਗੋਵਾਲ ਇਹਨਾਂ ਨੂੰ ਕਹਾਂਗਾ ਕਿ ਜਿੰਨੀਆਂ ਵੀ ਜਥੇਬੰਦੀਆਂ ਆਈਆਂ ਉਹਨਾਂ ਦਾ ਮਾਣ ਸਨਮਾਨ। ਅੱਜ ਸਿੱਖ ਜਥੇਬੰਦੀਆਂ ਦੀ, ਸਿੱਖ ਸੰਪਰਦਾਵਾਂ ਦੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੱਦੀ ਗਈ ਸੀ, ਜਿਹਦੇ ਵਿੱਚ ਮੌਜੂਦਾ ਦਰਪੇਸ਼ ਜਿਹੜੇ ਮੁੱਦੇ ਸਨ ਉਹਨਾਂ ਬਾਰੇ ਸੁਝਾਅ ਮੰਗੇ ਗਏ ਸਨ ਤੇ ਜੋ ਇੱਕਮਤ ਹੋ ਕੇ ਸਭ ਨੇ ਸੁਝਾਅ ਦਿੱਤੇ ਹੈ ਉਹਦੀ ਰੌਸ਼ਨੀ ਦੇ ਵਿੱਚ ਹੀ ਪੰਜ ਸਿੰਘ ਸਾਹਿਬਾਨ ਵੱਲੋਂ ਜਿਹੜਾ ਹੈ ਉਹ ਫੈਸਲਾ ਕੀਤਾ ਗਿਆ, ਜਿਹਨੂੰ ਲਿਖਤੀ ਰੂਪ ਜਿਹੜਾ ਹੈ ਉਹ ਦੇ ਦਿੱਤਾ ਜਾਏਗਾ। ਇੱਕ ਤਾਂ ਇਹ ਕਿ ਜਿਹੜੇ ਇਲੈਕਟ੍ਰੋਨਿਕ ਚੰਦੋਏ ਹੈ ਉਹਦੀ ਜਿਹੜੀ ਹੈ ਬਿਲਕੁਲ ਪਾਬੰਦੀ ਹੋਏਗੀ। ਇਲੈਕਟ੍ਰੋਨਿਕ ਚੰਦੋਏ ਜਿਹੜੇ ਆ ਉਹ ਬਿਲਕੁਲ ਨਹੀਂ ਲਗਾਏ ਜਾਣਗੇ ਤੇ ਜੇ ਕਿਤੇ ਲੱਗੇ ਹੈ ਤੇ ਉਹਨੂੰ ਪ੍ਰਬੰਧਕ ਜਿਹੜਾ ਉਹ ਆਪ ਹੀ ਉਤਾਰਨ ਦੀ ਜਿਹੜੀ ਆ ਉਹ ਖੇਚਲਾ ਕਰਨ। ਦੂਸਰਾ ਜਿਹੜਾ ਹੈਗਾ ਕਿ ਬਾਜ਼ਾਰਾਂ ਦੇ ਵਿੱਚ ਜਿਹੜੀਆਂ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਵਿਕਦੀਆਂ ਉਹਨਾਂ ਮੂਰਤੀਆਂ ਨੂੰ ਜਿਹੜਾ ਫੌਰੀ ਤੌਰ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਿੱਖ ਸੰਸਥਾਵਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਚੁਕਵਾਇਆ ਜਾਏ, ਮੂਰਤੀਆਂ ਵਿਕਣੋਂ ਜਿਹੜੀਆਂ ਉਹ ਰੋਕੀਆਂ ਜਾਣ। ਇੱਕ ਜੋ ਰਣਜੀਤ ਸਿੰਘ ਢੰਡਰੀਆਂ ਵਾਲੇ ਬਾਰੇ ਕਾਫੀ ਸ਼ਿਕਾਇਤਾਂ ਜਿਹੜੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਗੁਰਦੁਆਰਾ ਸਾਹਿਬਾਨ ਤੋਂ ਪੁੱਜੀਆਂ ਨੇ, ਉਹਦੇ ਸੰਬੰਧੀ ਜਿਹੜਾ ਹੈ ਸਿੱਖ ਜਥੇਬੰਦੀਆਂ ਸੰਪਰਦਾਵਾਂ ਦੀ ਰਾਏ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ 5 ਵਿਦਵਾਨਾਂ ਦੀ ਜਿਹੜੀ ਇੱਕ ਕਮੇਟੀ ਬਣਾਈ ਜਾਏਗੀ। ਜੋ ਕੁਝ ਉਹਨਾਂ ਨੇ ਬੋਲਿਆ ਉਹਨੂੰ ਜਿਹੜਾ ਹੈ ਉਹ ਵਿਦਵਾਨ ਘੋਖਣਗੇ ਤੇ ਜੇ ਲੱਗਿਆ ਕਿ ਗੁਰਮਤਿ ਦੀ ਕਸੌਟੀ ਦੇ ਉੱਤੇ ਉਹ ਖਰਾ ਨਹੀਂ ਉਤਰਦਾ ਤੇ ਉਹਦੇ ਨਾਲ ਮਿਲ ਕੇ ਜਿਹੜਾ ਗੱਲਬਾਤ ਕਰਨਗੇ ਤੇ ਉਹਨਾਂ ਮੁੱਦਿਆਂ ਦੇ ਉੱਤੇ ਜਿਹੜਾ ਉਹ ਵਿਚਾਰ ਜਿਹੜੇ ਆ ਜਾਣੇ ਜਾਣਗੇ ਤੇ ਜਿਹੜੇ ਵੀ ਵਿਚਾਰ ਉਹਨਾਂ ਦੇ ਲਏ ਜਾਣਗੇ 5 ਵਿਦਵਾਨ ਜਾ ਕੇ ਉਹਨਾਂ ਦੇ ਵਿਚਾਰ ਜਿਹੜੇ ਆ ਉਹਨਾਂ ਮੁੱਦਿਆਂ ਦੇ ਉੱਤੇ ਲਏਗਾ। ਜਿਹੜੇ ਲੱਗਣਗੇ ਗੁਰਮਤਿ ਵਿਰੋਧੀ ਉਹ ਸਾਰੀ ਦੀ ਜਿਹੜੀ ਵੀਡੀਓਗ੍ਰਾਫੀ ਵੀ ਜਿਹੜੀ ਆ ਉਹ ਕੀਤੀ ਜਾਏਗੀ ਤੇ ਫਿਰ ਉਹਨਾਂ 5 ਵਿਦਵਾਨਾਂ ਵੱਲੋਂ ਰਿਪੋਰਟ ਜਿਹੜੀ ਹੈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭੇਜੀ ਜਾਏਗੀ ਤੇ ਉਸ ਰਿਪੋਰਟ ਦੇ ਮੁਤਾਬਕ ਹੀ ਫਿਰ ਅਗਲੇਰੀ ਜਿਹੜੀ ਆ ਉਹ ਕਾਰਵਾਈ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸੇ ਤਰ੍ਹਾਂ ਹੀ ਸਿੱਖ ਜਥੇਬੰਦੀਆਂ, ਸਿੱਖ ਸੰਪਰਦਾਵਾਂ ਦੀ ਰਾਏ ਦੇ ਨਾਲ ਕੀਤੀ ਜਾਏਗੀ। ਤੇ ਇੱਕ ਜਿਹੜਾ 550 ਸਾਲਾ ਗੁਰੂ ਨਾਨਕ ਸਾਹਿਬ ਜੀ ਦਾ ਆ ਰਿਹਾ ਉਹਦੇ ਸੰਬੰਧੀ ਸਾਰੀਆਂ ਜਥੇਬੰਦੀਆਂ, ਸਾਰੀਆਂ ਸੰਪਰਦਾਵਾਂ, ਸਿੱਖ ਬੁੱਧੀਜੀਵੀਆਂ ਦੀਆਂ ਰਾਵਾਂ ਜਿਹੜੀਆਂ ਨੇ ਉਹ ਪ੍ਰਾਪਤ ਕੀਤੀਆਂ ਗਈਆਂ ਤੇ ਸਭ ਨੇ ਇੱਕਮਤ ਹੋ ਕੇ ਰਾਏ ਜਿਹੜੀ ਦਿੱਤੀ ਹੈ ਉਹ ਇਹ ਦਿੱਤੀ ਹੈ ਕਿ ਸਟੇਜ ਜਿਹੜੀ ਹੈ ਉਹ ਗੁਰਦੁਆਰਾ ਬਾਬਾ ਬੇਰ ਸਾਹਿਬ ਦੀ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਸਮੁੱਚਾ ਉਹਦਾ ਪ੍ਰਬੰਧ ਕਰੇਗੀ। 1 ਤਰੀਕ ਤੋਂ ਲੈ ਕੇ 12 ਤਰੀਕ ਤੱਕ ਉਸ ਸਟੇਜ ਦੇ ਉੱਤੇ ਹੀ ਸਾਰੇ ਗੁਰਮਤਿ ਸਮਾਗਮ ਜਿਹੜੇ ਆ ਉਹ ਕੀਤੇ ਜਾਣਗੇ। ਅੰਮ੍ਰਿਤ ਵੇਲੇ ਜਿਹੜਾ ਹੈ ਨਿਤਨੇਮ ਹੋਏਗਾ, ਫਿਰ ਆਸਾ ਦੀ ਵਾਰ ਦਾ ਕੀਰਤਨ ਹੋਏਗਾ। ਉਸ ਤੋਂ ਬਾਅਦ ਵੱਖਰੇ ਵੱਖਰੇ ਜਿਹੜੇ ਪ੍ਰੋਗਰਾਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਲੀਕੇ ਨੇ ਉਹ ਕੀਤੇ ਜਾਣਗੇ। 12 ਤਰੀਕ ਨੂੰ ਜਿਹੜਾ ਬਹੁਤ ਵੱਡਾ 11-12 ਨੂੰ ਬਹੁਤ ਵੱਡਾ ਗੁਰਮਤਿ ਸਮਾਗਮ ਹੋਏਗਾ। ਉਸੇ ਮੰਚ ਦੇ ਉੱਤੇ ਰਾਸ਼ਟਰਪਤੀ ਸਾਹਿਬ ਆਉਂਦੇ ਨੇ, ਪ੍ਰਧਾਨ ਮੰਤਰੀ ਆਉਂਦੇ ਨੇ, ਮੁੱਖ ਮੰਤਰੀ ਆਉਂਦੇ ਨੇ, ਕੋਈ ਵੀ ਜਿਹੜਾ ਆਉਂਦਾ ਹੈ ਉਹਦਾ ਜਿਹੜਾ ਮਾਨ ਸਤਿਕਾਰ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਏਗਾ। ਜਿੰਨੀਆਂ ਸੰਪਰਦਾਵਾਂ, ਸਭਾ ਸੁਸਾਇਟੀਆਂ, ਸੰਗਤਾਂ ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਉਸ ਦਿਨ ਗੁਰੂ ਪੰਥ ਦੀ ਜਿਹੜੀ ਹੈ ਸਟੇਜ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਟੇਜ ਹੈ ਉਹਦੇ ਤੇ ਬੈਠ ਕੇ ਆਪਾਂ ਨੇ ਕਥਾ ਕੀਰਤਨ ਸੁਣਨਾ ਹੈ। ਬਾਕੀ ਜਿਹੜੀਆਂ ਹੋਰ ਸਟੇਜਾਂ ਜਿਹੜੀਆਂ ਲੱਗ ਰਹੀਆਂ ਨੇ, ਚਾਹੇ ਉਹ ਸਰਕਾਰ ਵੱਲੋਂ ਲੱਗ ਰਹੀਆਂ ਨੇ ਜਾਂ ਸੰਤ ਮਹਾਂਪੁਰਸ਼ ਆਪਣੇ ਆਪਣੇ ਲੈਵਲ ਤੇ ਲਾ ਰਹੇ ਨੇ, ਤੇ ਉਹਨਾਂ ਨੂੰ ਇੰਨੀ ਕੁ ਹਦਾਇਤ ਕੀਤੀ ਗਈ ਹੈ ਕਿ ਆਪਣੀਆਂ ਆਪਣੀਆਂ ਸਟੇਜਾਂ ਦੇ ਉੱਤੇ ਕੇਵਲ ਤੇ ਕੇਵਲ ਉਹਨਾਂ ਦਿਨਾਂ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਫਲਸਫੇ, ਗੁਰੂ ਨਾਨਕ ਸਾਹਿਬ ਜੀ ਦੀ ਜੀਵਨੀ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਉੱਤੇ ਹੀ ਚਰਚਾ ਹੋਵੇ। ਹੋਰ ਕੋਈ ਗੱਲਬਾਤ ਜਿਹੜੀ ਹੈ ਸਿਆਸਤ ਵਗੈਰਾ ਦੀ ਜਿਹੜੀ ਆ ਉਹ ਬਿਲਕੁਲ ਨਾ ਕੀਤੀ ਜਾਵੇ। ਹਰ ਕੋਈ ਉਸ ਦਿਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਹੀ ਗੱਲ ਕਰੇ ਆਪਣੇ ਮੰਚ ਤੋਂ। ਸਭ ਨੂੰ ਜਿਹੜਾ ਹੈ ਇਹੋ ਹੀ ਸੱਦਾ ਹੈ ਕਿ ਸੁਲਤਾਨਪੁਰ ਲੋਧੀ ਦੇ ਵਿਹੜੇ ਦੇ ਵਿੱਚ ਸਮੂਹ ਗੁਰੂ ਖਾਲਸਾ ਪੰਥ ਦੀਆਂ ਜਥੇਬੰਦੀਆਂ ਪੰਥ ਬਣ ਕੇ ਜਿਹੜਾ ਉਸ ਦਿਨ ਆਉਣ, ਤਾਂ ਕਿ ਆਪਾਂ ਸ਼ਾਨੋ ਸ਼ੌਕਤ ਤੇ ਜਾਹੋ ਜਲਾਲ ਦੇ ਨਾਲ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਇਕੱਠੇ ਹੋ ਕੇ ਰਲ ਮਿਲ ਕੇ ਮਨਾ ਸਕੀਏ। ਬਸ ਇਹੋ ਹੀ ਸਾਰੇ ਪੰਥ ਨੂੰ, ਸਾਰੀ ਸੰਗਤ ਨੂੰ ਬੇਨਤੀ ਹੈ। ਬਸ ਇਹੋ ਹੀ ਹੈ ਕਿ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਬਾਬਾ ਬੇਰ ਸਾਹਿਬ, ਉਹਦੀ ਜਿਹੜੀ ਸਟੇਜ ਜਿਹਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਉਹਦੇ ਤੇ ਆਉਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਜਿਹੜਾ ਵੀ ਆਉਂਦਾ ਹੈ, ਮੁੱਖ ਮੰਤਰੀ ਆਉਂਦਾ ਹੈ, ਪ੍ਰਧਾਨ ਮੰਤਰੀ ਆਉਂਦਾ ਹੈ, ਰਾਸ਼ਟਰਪਤੀ ਆਉਂਦਾ ਹੈ, ਜਿਹੜਾ ਵੀ ਆਉਂਦਾ ਹੈ ਉਹਦਾ ਮਾਣ ਸਤਿਕਾਰ ਜਿਹੜਾ ਹੈ ਉਹ ਸਮੁੱਚੇ ਗੁਰੂ ਖਾਲਸਾ ਪੰਥ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇ ਔਰ ਸਟੇਜ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਨਿਗਾਹਬਾਨੀ ਹੋਏਗੀ। ਅਸੀਂ ਨਹੀਂ ਚਾਹੁੰਦੇ ਕਿ ਸਟੇਜ ਜਿਹੜੀ ਹੈ ਗੁਰੂ ਪੰਥ ਦੀ ਉਹ ਕਿਸੇ ਹੋਰ ਰੰਗ ਦੇ ਵਿੱਚ ਰੰਗੀ ਜਾਵੇ। ਕੇਵਲ ਤੇ ਕੇਵਲ ਉੱਥੇ ਪੰਥਕ ਰੰਗ ਜਿਹੜਾ ਹੈ ਉਹ ਨਜ਼ਰ ਆਉਣਾ ਚਾਹੀਦਾ ਹੈ ਤੇ ਸਿਆਸਤ ਤੋਂ ਪ੍ਰਭਾਵ ਤੋਂ ਮੁਕਤ ਹੋਣੀ ਚਾਹੀਦੀ ਹੈ ਸਟੇਜ।
ਉਹ ਬਣਾਵੇ ਲਾਵੇ, ਲੇਕਿਨ ਉਹਨਾਂ ਨੇ ਕਿਹਾ ਕਿ ਉੱਥੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਬਾਣੀ ਤੇ ਪ੍ਰਚਾਰ ਪ੍ਰਸਾਰ ਦੀ ਗੱਲ ਹੋਣੀ ਚਾਹੀਦੀ। ਬਸ ਇੱਕੋ ਹੀ ਸਟੇਜ ਹੈ, ਉੱਥੇ ਹੀ ਸਾਰੇ ਅਸੀਂ ਰਲ ਮਿਲ ਕੇ ਬੈਠੀਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਬੰਧ ਕਰੇਗੀ, ਸਟੇਜ ਉਹ ਸਮੁੱਚੇ ਗੁਰੂ ਖਾਲਸਾ ਪੰਥ ਦੀ ਹੈ, ਕੱਲੀ ਸ਼੍ਰੋਮਣੀ ਕਮੇਟੀ ਦੀ ਨਹੀਂ। ਸ਼੍ਰੋਮਣੀ ਕਮੇਟੀ ਪ੍ਰਬੰਧ ਕਰੇਗੀ, ਗੁਰਦੁਆਰਾ ਬੇਰ ਸਾਹਿਬ ਦੀ ਸਟੇਜ ਹੈ, ਸਮੁੱਚੀ ਸੰਗਤ ਦੀ ਸਟੇਜ ਹੈ, ਸਮੁੱਚੇ ਗੁਰੂ ਖਾਲਸਾ ਪੰਥ ਦੀ ਸਟੇਜ ਹੈ। ਬਸ ਇਹੋ ਹੀ ਅਸੀਂ ਕਿਹਾ ਹੈ ਕਿ ਗੁਰੂ ਪੰਥ ਦੀ ਸਟੇਜ ਦੇ ਉੱਤੇ ਸਾਰੀਆਂ ਸਿੱਖ ਜਥੇਬੰਦੀਆਂ, ਸਾਰੇ ਸਿੱਖ, ਚਾਹੇ ਉਹ ਕਾਂਗਰਸ 'ਚ ਬੈਠੇ ਨੇ, ਚਾਹੇ ਬੀਜੇਪੀ 'ਚ ਬੈਠੇ ਨੇ, ਚਾਹੇ ਆਮ ਆਦਮੀ ਪਾਰਟੀ 'ਚ ਨੇ, ਚਾਹੇ ਉਹ ਪੰਥਕ ਜਥੇਬੰਦੀਆਂ ਦੇ ਸਿੰਘ ਨੇ, ਸਾਰਿਆਂ ਨੂੰ ਇਹੋ ਬੇਨਤੀ ਹੈ ਕਿ ਗੁਰਦੁਆਰਾ ਬੇਰ ਸਾਹਿਬ ਦੀ ਜਿਹੜੀ ਸਟੇਜ ਹੈ ਉਹਦੇ ਉੱਤੇ ਆਪਾਂ ਬੈਠ ਕੇ ਕਥਾ ਕੀਰਤਨ ਸੁਣੀਏ ਤੇ ਨਾਲ ਹੀ ਗੁਰੂ ਨਾਨਕ ਸਾਹਿਬ ਦਾ ਸੰਦੇਸ਼ ਆਪਣੇ ਹਿਰਦੇ ਦੇ ਵਸਾਉਣ ਦੀ ਯਤਨ ਕਰੀਏ। ਨਹੀਂ, ਵੱਖਰੀ ਸਟੇਜ ਲਾਉਣ, ਕਿਸੇ ਨੂੰ ਕੋਈ ਪਾਬੰਦੀ ਨਹੀਂ ਹੈ। ਸੰਤ ਮਹਾਂਪੁਰਸ਼ ਵੀ ਬਹੁਤ ਸਾਰੇ ਜਿਹੜੇ ਨੇ ਉਹ ਆਪਣੀਆਂ ਸਟੇਜਾਂ ਲਾਉਣਗੇ। ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਹੋਏਗਾ, ਗੁਰੂ ਨਾਨਕ ਸਾਹਿਬ ਦਾ ਪ੍ਰਸਾਰ ਹੋਏਗਾ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਚਾਰ ਪ੍ਰਸਾਰ ਹੀ ਇਹਨਾਂ ਸਟੇਜਾਂ ਤੋਂ ਹੋਣਾ ਚਾਹੀਦਾ ਹੈ। ਕਿਸੇ ਨੂੰ ਸਟੇਜ ਲਾਉਣ ਤੋਂ ਰੋਕਿਆ ਨਹੀਂ ਗਿਆ। ਕੋਈ ਨਹੀਂ, ਲਾਉਣ, ਸਟੇਜ ਜਿਹੜੀ ਲਾ ਰਹੀ ਹੈ ਉਹਨਾਂ ਨੂੰ ਸਟੇਜ ਜਿਹੜੀ ਹੈ ਬਿਲਕੁਲ ਮੁਬਾਰਕ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਫਲਸਫੇ ਨੂੰ ਪ੍ਰਚਾਰਨ ਪ੍ਰਸਾਰਨ ਵਾਸਤੇ ਜਿਹੜੀ ਸਰਕਾਰ ਸਟੇਜ ਲਾ ਰਹੀ ਹੈ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਤੇ ਪ੍ਰਚਾਰ ਪ੍ਰਸਾਰ ਕਰੇਗੀ। ਸਰਕਾਰ ਦਾ ਜਿਹੜਾ ਬਹੁਤ ਧੰਨਵਾਦ। ਨਹੀਂ, ਉਹੀ ਹੈ ਕਿ ਗੁਰੂ ਨਾਨਕ ਸਾਹਿਬ ਦੀ ਗੱਲ ਹੋਣੀ ਚਾਹੀਦੀ ਹੈ। ਜੇ ਗੁਰੂ ਨਾਨਕ ਸਾਹਿਬ ਦੀ ਗੱਲ ਨੂੰ ਛੱਡ ਕੇ ਕੋਈ ਹੋਰ ਗੱਲ ਕਰੂਗਾ ਤੇ ਜਵਾਬ ਤਲਬੀ ਬਾਰੇ ਵਿਚਾਰ ਹੋਊਗੀ। ਸੰਗਤਾਂ ਨੂੰ ਇਹੋ ਆਦੇਸ਼ ਹੈ ਕਿ ਗੁਰੂ ਖਾਲਸਾ ਪੰਥ ਦੀ ਜਿਹੜੀ ਸਟੇਜ ਹੈ ਉਹਦੇ ਉੱਤੇ ਸਾਰੇ ਆਪਾਂ ਰਲ ਮਿਲ ਕੇ ਬੈਠੀਏ ਤੇ ਬੈਠ ਕੇ ਆਪਾਂ ਕਥਾ ਕੀਰਤਨ ਦਾ ਆਨੰਦ ਮਾਣੀਏ, ਗੁਰੂ ਨਾਨਕ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਕਿਸੇ ਕਿਸਮ ਦੀ ਦੁਬਿਧਾ ਨਹੀਂ ਹੈ, ਕਿਸੇ ਕਿਸਮ ਦਾ ਕੋਈ ਨਹੀਂ ਹੈ। ਗੁਰੂ ਖਾਲਸਾ ਪੰਥ ਸਾਰੇ ਸੁਲਤਾਨਪੁਰ ਲੋਧੀ ਦੇ ਵਿਹੜੇ ਦੇ ਵਿੱਚ ਆ ਰਿਹਾ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਨਗਰ ਹੈ ਤੇ ਸਭ ਦਾ ਹੀ ਜਿਹੜਾ ਉਸ ਨਗਰ ਦੇ ਵਿੱਚ ਸਵਾਗਤ ਹੈ। ਗੁਰਦੁਆਰਾ ਬੇਰ ਸਾਹਿਬ ਦੀ ਸਟੇਜ ਦੇ ਉੱਤੇ ਹੋਣਗੇ, ਗੁਰੂ ਖਾਲਸਾ ਪੰਥ ਦੀ ਸਟੇਜ ਹੋਏਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਕੀ ਸਾਰੀਆਂ ਸਿੱਖ ਸੰਸਥਾਵਾਂ ਦੇ ਸਹਿਯੋਗ ਨਾਲ ਉਹਦਾ ਪ੍ਰਬੰਧ ਕਰੇਗੀ। ਦੇਖੋ, ਅੱਜ ਜੋ ਸਾਰੀਆਂ ਸਿੱਖ ਸੰਪਰਦਾਵਾਂ, ਸਿੱਖ ਜਥੇਬੰਦੀਆਂ ਤੇ ਸਮੁੱਚਾ ਸੰਤ ਸਮਾਜ, ਮਹਾਂਪੁਰਸ਼ ਸਾਰਿਆਂ ਦੀ ਇਕੱਤਰਤਾ ਹੋਈ ਹੈ। ਮੈਂ ਵੀ ਇੱਕ ਨਿਮਾਣੇ ਜਿਹੇ ਸੇਵਕ ਵਜੋਂ ਇਸ ਇਕੱਤਰਤਾ ਵਿੱਚ ਸ਼ਾਮਲ ਹੋਇਆ। ਸੋ ਜੋ ਸ੍ਰੀ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ ਉਹ ਸਭ ਦੇ ਲਈ ਸਰਵਉੱਚ ਹੈ। ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ, ਪੰਜਾ ਸਿੰਘ ਸਾਂਬਾ ਨੇ, ਹਲਕੇ ਜੋ ਵੀ ਸਾਨੂੰ ਆਦੇਸ਼ ਦੇਣਗੇ ਉਹਨਾਂ ਦੇ ਆਦੇਸ਼ਾਂ ਦੀ ਹੂਬਹੂ ਪਾਲਣਾ ਕੀਤੀ ਜਾਵੇਗੀ। ਸੋ ਬਿਲਕੁਲ ਪੰਜ ਸਿੰਘ ਸਾਹਿਬਾਨਾਂ ਦੀ ਜਿਹੜੀ ਅੱਜ ਮੀਟਿੰਗ ਸੀਗੀ, ਜਿਸ ਦੇ ਵਿੱਚ ਕਈ ਫੈਸਲੇ ਵਿਚਾਰੇ ਜਾਣੇ ਸੀਗੇ। ਸੁੱਚਾ ਸਿੰਘ ਲੰਗਾਹ ਦੇ ਖਿਲਾਫ ਵੀ ਇੱਥੇ ਜਿਹੜੀ ਮੰਗ ਪੱਤਰ ਪਹੁੰਚਿਆ ਸੀਗਾ ਕਿ ਉਸ ਨੂੰ ਪੰਥ ਦੇ ਵਿੱਚ ਵਾਪਸ ਨਾ ਲਿਆ ਜਾਵੇ। ਸੋ ਉਸ ਦੇ ਉੱਤੇ ਸਿੰਘ ਸਾਹਿਬ ਨੇ ਕੋਈ ਵੀ ਗੱਲ ਜਿਹੜੀ ਆ ਉਹ ਨਹੀਂ ਕੀਤੀ। ਉਸ ਦੇ ਇਲਾਵਾ ਗੱਲ ਕਰੀਏ ਤਾਂ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਕੀਤੀ, ਉਸ ਦੇ ਵਾਸਤੇ ਇੱਕ 5 ਮੈਂਬਰੀ ਕਮੇਟੀ ਕੁਝ ਦਿਨਾਂ ਦੇ ਵਿੱਚ ਬਣ ਜਾਏਗੀ, ਜਿਹੜੀ ਉਹ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੋਲੋਂ ਜਵਾਬ ਲਏਗੀ ਕਿ ਉਹ ਜਿਹੜੀਆਂ ਗੱਲਾਂ ਕਰ ਰਿਹਾ ਆ ਉਹ ਕਿਉਂ ਕਰ ਰਿਹਾ ਆ ਤੇ ਕਿਸ ਤਰੀਕੇ ਦੀਆਂ ਗੱਲਾਂ ਨੇ, ਉਹ ਸਾਰਾ ਕੁਝ ਜਿਹੜਾ ਘੋਖਿਆ ਜਾਏਗਾ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਹੋਣੇ ਆ, ਉਹਨਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹਦੀ ਹੀ ਸਟੇਜ ਜਿਹੜੀ ਆ ਉਹ ਲੱਗੇਗੀ, ਜਿੱਥੇ ਸਰਕਾਰੀ ਨੁਮਾਇੰਦੇ ਜਿਹੜੇ ਵੀ ਕੋਈ ਆਉਣਗੇ, ਰਾਸ਼ਟਰਪਤੀ ਜੇਕਰ ਆਉਂਦੇ ਆ, ਮੁੱਖ ਮੰਤਰੀ ਪੰਜਾਬ ਆਉਂਦੇ ਆ, ਪ੍ਰਧਾਨ ਮੰਤਰੀ ਆਉਂਦੇ ਆ, ਗਵਰਨਰ ਆਉਂਦੇ ਆ, ਤਾਂ ਸਾਰਿਆਂ ਦਾ ਬਰਾਬਰ ਸਨਮਾਨ ਕੀਤਾ ਜਾਏਗਾ। ਕਿਸੇ ਵੀ ਤਰ੍ਹਾਂ ਦਾ ਪੱਖਪਾਤ ਜਿਹੜਾ ਆ ਉਹ ਨਹੀਂ ਕੀਤਾ ਜਾਏਗਾ। ਸੋ ਇਸ ਤਰ੍ਹਾਂ ਦੇ ਸਾਰੇ ਫੈਸਲੇ ਜਿਹੜੇ ਤੁਸੀਂ ਪਹਿਲਾਂ ਸੁਣੇ ਆ ਉਹ ਹੋਏ ਆ ਅੱਜ ਦੀ ਮੀਟਿੰਗ ਦੇ ਵਿੱਚ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਆ ਉਹ ਸਾਰੀਆਂ ਅੱਜ ਬੈਠ ਕੇ ਵਿਚਾਰੀਆਂ ਗਈਆਂ ਆ ਤੇ ਉੱਥੋਂ ਹੀ ਜਿਹੜਾ ਫੈਸਲਾ ਆ ਉਹ ਸੁਣਾਇਆ ਗਿਆ ਆ ਸਿੰਘ ਸਾਹਿਬ ਦੇ ਵੱਲੋਂ। ਸੋ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਹਰਿੰਦਰ ਸਿੰਘ ਗਿੱਲ, ਸਿੱਖ ਚੈਨਲ ਨਿਊਜ਼ ਅੰਮ੍ਰਿਤਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।